Welcome to the Achievers Academy. ਪੰਜਾਬ PCS 2025 ਦੀ ਕਲਾਸਿਸ ਵਿੱਚ ਅੱਜ ਦਾ ਸਾਡਾ ਪੋਲਿਟੀ ਦਾ ਬੜਾ ਇੰਪੋਰਟੈਂਟ ਟੌਪਿਕ ਅਸੀਂ ਪੜ੍ਹਾਂਗੇ, ਦੈਟ ਇਜ਼ ਇੰਡੀਅਨ ਜੁਡੀਸ਼ੀਅਲ ਸਿਸਟਮ, ਜਿਹਦੇ ਵਿੱਚ ਕਿ ਅਸੀਂ ਸੁਪਰੀਮ ਕੋਰਟ, ਹਾਈ ਕੋਰਟ, ਡਿਸਟ੍ਰਿਕਟ ਕੋਰਟ ਵਗੈਰਾ ਦੀ ਗੱਲ ਕਰਾਂਗੇ। ਇਹ ਬਹੁਤ ਹੀ ਇੰਪੋਰਟੈਂਟ ਹੈ ਤੁਹਾਡੇ ਆਉਣ ਵਾਲੇ PCS ਲਈ। ਸੋ ਸਟਾਰਟ ਕਰਦੇ। ਸੋ ਫਸਟ ਅਸੀਂ ਦੇਖਾਂਗੇ ਸਟਰਕਚਰ ਆਫ ਦੀ ਇੰਡੀਅਨ ਜੁਡੀਸ਼ਰੀ। ਮੋਸਟ ਇੰਪੋਰਟੈਂਟ ਥਿੰਗ ਸਾਡੀ ਜੁਡੀਸ਼ਰੀ ਇੰਟੀਗ੍ਰੇਟਿਡ ਜੁਡੀਸ਼ਰੀ ਹੈਗੀ ਹੈ। ਇਹਦਾ ਮਤਲਬ ਹੈ ਕਿ ਭਾਵੇਂ ਸੈਂਟਰ ਦੇ ਲੋਅ ਹੋਣ, ਭਾਵੇਂ ਸਟੇਟ ਦੇ ਲੋਅ ਹੋਣ, ਉਹ ਸੇਮ ਕੋਰਟ ਦੇ ਵੱਲੋਂ ਇਨਫੋਰਸ ਕੀਤੇ ਜਾਂਦੇ ਆ। ਸਭ ਤੋਂ ਟੋਪ 'ਤੇ ਹੈ ਸੁਪਰੀਮ ਕੋਰਟ, ਫਿਰ ਹਾਈ ਕੋਰਟ ਅਤੇ ਫਿਰ ਸਬ ਆਰਡੀਨੇਟ ਕੋਰਟ ਜਿਵੇਂ ਕਿ ਡਿਸਟ੍ਰਿਕਟ ਕੋਰਟ। ਅਤੇ ਬੇਸਿਕਲੀ ਇੰਟੀਗ੍ਰੇਟਿਡ ਜੁਡੀਸ਼ਰੀ ਦਾ ਮਤਲਬ ਇਹ ਹੈ ਕਿ ਇੱਥੇ ਸੁਪਰੀਮ ਕੋਰਟ ਹੈ, ਨੀਚੇ ਹਾਈ ਕੋਰਟ ਹੈ, ਇਹਦੇ ਨੀਚੇ ਡਿਸਟ੍ਰਿਕਟ ਕੋਰਟ ਹੈ। ਮੀਨਸ ਭਾਵੇਂ ਉਹ ਸਟੇਟ ਦਾ ਕਾਨੂੰਨ ਹੋਏ, ਭਾਵੇਂ ਉਹ ਸੈਂਟਰ ਦੇ ਵੱਲੋਂ ਕਾਨੂੰਨ ਬਣਾਇਆ ਗਿਆ ਹੋਏ। ਜਨਰਲੀ ਕੀ ਹੁੰਦਾ ਹੈ, ਤੁਸੀਂ ਸਭ ਤੋਂ ਪਹਿਲਾਂ ਕੇਸ ਫਾਈਲ ਕਰੋਗੇ ਡਿਸਟ੍ਰਿਕਟ ਕੋਰਟ। ਜੇਕਰ ਡਿਸਟ੍ਰਿਕਟ ਕੋਰਟ ਦਾ ਫੈਸਲਾ ਤੁਹਾਨੂੰ ਮਨਜ਼ੂਰ ਨਹੀਂ ਹੈ, ਤੁਸੀਂ ਜਾਓਗੇ ਹਾਈ ਕੋਰਟ, ਫਿਰ ਜਾਓਗੇ ਸੁਪਰੀਮ ਕੋਰਟ। ਠੀਕ ਹੈ, ਇਹ ਸਾਰੇ ਸਿਸਟਮ ਨੂੰ ਬੋਲਦੇ ਆ ਇੰਟੀਗ੍ਰੇਟਿਡ ਜੁਡੀਸ਼ਰੀ। ਕਿਉਂਕਿ ਜਿਵੇਂ ਯੂਨਾਈਟਿਡ ਸਟੇਟਸ ਵਿੱਚ ਕੀ ਹੈਗਾ, ਜਿਹੜੇ ਸਟੇਟ ਦੇ ਲੋਅ ਹੈ ਜਾਂ ਸਟੇਟ ਦੇ ਕਾਨੂੰਨ ਦਾ ਕੁਛ ਉਲੰਘਣ ਹੋਇਆ, ਜਾਂ ਕੋਈ ਵੀ ਤੁਹਾਡਾ ਕੇਸ ਹੈ ਜੋ ਕਿ ਸਟੇਟ ਦੇ ਲੋਜ਼ ਦੇ ਅੰਦਰ ਆਉਂਦਾ, ਉਹਦੇ ਲਈ ਤੁਸੀਂ ਹਾਈ ਕੋਰਟ ਜਾਓਗੇ। ਜਿਹੜੇ ਸੈਂਟਰ ਦਾ ਲੋਅ ਹੈ ਉਹਦੇ ਲਈ ਤੁਸੀਂ ਸੁਪਰੀਮ ਕੋਰਟ ਜਾਓਗੇ। ਬਟ ਸਾਡੇ ਦੇਸ਼ ਵਿੱਚ ਇੱਦਾਂ ਨਹੀਂ ਹੈ। ਸਾਡੇ ਦੇਸ਼ ਪੂਰਾ ਇੱਕ ਇੰਟੀਗ੍ਰੇਟਿਡ ਸਿਸਟਮ ਹੈ। ਭਾਵੇਂ ਸੈਂਟਰ ਦਾ ਲੋਅ ਹੈ, ਸਟੇਟ ਦਾ ਲੋਅ ਹੈ, ਤੁਸੀਂ ਪਹਿਲੇ ਲੋਅਰ ਜੁਡੀਸ਼ਰੀ ਵਿੱਚ ਜਾਓਗੇ, ਫਿਰ ਹਾਇਰ ਜੁਡੀਸ਼ਰੀ ਜਾਓਗੇ। ਫਿਰ ਹਾਈ ਕੋਰਟਸ ਹੈ ਜਿਹੜੇ, ਉਹ ਸਟੇਟ ਦੇ ਹਾਈਐਸਟ ਕੋਰਟ ਹੈਗੇ ਆ, ਅਤੇ ਇਹ ਸੁਪਰੀਮ ਕੋਰਟ ਦੇ ਅੰਡਰ ਵਰਕ ਕਰਦੇ ਨੇ। 1862 ਵਿੱਚ ਇਸਟੈਬਲਿਸ਼ ਕੀਤੇ ਗਏ। ਸਭ ਤੋਂ ਪਹਿਲਾਂ ਹਾਈ ਕੋਰਟ ਇਸਟੈਬਲਿਸ਼ ਹੋਇਆ ਸੀ 1862 ਵਿੱਚ। ਕਿੱਥੇ? ਕੈਲਕਟਾ, ਬੰਬੇ ਅਤੇ ਮਦਰਾਸ ਦੇ ਵਿੱਚ। ਬਾਅਦ ਵਿੱਚ 1866 ਵਿੱਚ ਇਲਾਹਾਬਾਦ ਵਿੱਚ। ਅਤੇ ਐਟ ਪ੍ਰੈਜੈਂਟ ਸਾਡੇ 25 ਹਾਈ ਕੋਰਟਸ ਨੇ। ਕਿੰਨੇ ਆ? 25 ਹਾਈ ਕੋਰਟਸ ਨੇ। ਸਭ ਤੋਂ ਓਲਡੈਸਟ ਹਾਈ ਕੋਰਟ ਹੈ ਕੈਲਕਟਾ ਹਾਈ ਕੋਰਟ, ਜੋ ਕਿ 1862 ਵਿੱਚ ਬਣਿਆ ਸੀ। ਠੀਕ ਹੈ, ਇਹ ਹਾਈ ਕੋਰਟਸ ਕੋ ਹੁਣ ਰੈਵਨਿਊ ਜੂਰਿਸਡਿਕਸ਼ਨ ਵੀ ਹੈ। ਮਤਲਬ ਕੋਈ ਵੀ ਰੈਵਨਿਊ ਰਿਗਾਰਡਿੰਗ ਕੇਸ ਉਹ ਤੁਸੀਂ ਹਾਈ ਕੋਰਟ ਕੋਲ ਜਾ ਸਕਦੇ ਹੋ, ਜੋ ਕਿ ਕੌਂਸਟੀਟਿਊਸ਼ਨ ਬਣਨ ਤੋਂ ਪਹਿਲਾਂ ਹਾਈ ਕੋਰਟ ਕੋਲ ਇਹ ਪਾਵਰ ਨਹੀਂ ਸੀ। ਫਿਰ ਹਾਈ ਕੋਰਟ ਦੇ ਨੀਚੇ ਆਉਂਦੇ ਨੇ ਸਬ ਆਰਡੀਨੇਟ ਕੋਰਟਸ, ਜਿਵੇਂ ਡਿਸਟ੍ਰਿਕਟ ਕੋਰਟ ਅਤੇ ਸੈਸ਼ਨ ਕੋਰਟਸ। ਦੈਨ ਅਸੀਂ ਦੇਖਾਂਗੇ ਸੁਪਰੀਮ ਕੋਰਟ ਅਤੇ ਹਾਈ ਕੋਰਟ ਬਾਰੇ ਕੁਝ ਬੇਸਿਕ ਫੈਕਟਸ। ਸੁਪਰੀਮ ਕੋਰਟ ਹੈ ਪਾਰਟ 5 ਆਫ ਦਾ ਕੌਂਸਟੀਟਿਊਸ਼ਨ, ਅਤੇ ਹਾਈ ਕੋਰਟ ਹੈ ਪਾਰਟ 6 ਆਫ ਦੀ ਕੌਂਸਟੀਟਿਊਸ਼ਨ। ਕਿਉਂਕਿ ਪਾਰਟ 5 ਵਿੱਚ ਗੱਲ ਕਰਦੇ ਯੂਨੀਅਨ ਦਾ, ਸੈਂਟਰਲ ਗੌਰਮੈਂਟ ਦੀ, ਜਾਂ ਸੈਂਟਰਲ ਲੈਵਲ 'ਤੇ ਜੋ ਚੀਜ਼ਾਂ ਨੇ, ਅਤੇ ਸੁਪਰੀਮ ਕੋਰਟ ਇਨਕਲੂਡ ਹੋਏਗਾ ਵਿੱਚ। ਅਤੇ ਪਾਰਟ 6 ਗੱਲ ਕਰਦਾ ਵਾ ਵਿਦ ਦ ਸਟੇਟ ਗੌਰਮੈਂਟ, ਸਟੇਟ ਲੈਜਿਸਲੇਚਰ ਐਟਸੈਟਰਾ। ਤੋਂ ਸਟੇਟ ਲੈਵਲ 'ਤੇ ਹੈ ਹਾਈ ਕੋਰਟ। ਸੋ ਪਾਰਟ 6 ਦੇ ਵਿੱਚ ਹਾਈ ਕੋਰਟ ਫਰੋਮ ਆਰਟੀਕਲ 214 ਤੋਂ ਆਰਟੀਕਲ 231, ਅਤੇ ਸੁਪਰੀਮ ਕੋਰਟ ਹੈ ਆਰਟੀਕਲ 124 ਤੋਂ ਆਰਟੀਕਲ 147। ਅਤੇ ਜਿਵੇਂ ਅਸੀਂ ਕਿਹਾ ਕਿ ਸੁਪਰੀਮ ਕੋਰਟ, ਹਾਈ ਕੋਰਟ ਕਿਹਦੇ ਪਾਰਟ ਹੈ? ਇੰਟੀਗ੍ਰੇਟਿਡ ਜੁਡੀਸ਼ੀਅਲ ਸਿਸਟਮ ਹੈ। ਅਤੇ ਇਹ ਇੰਟੀਗ੍ਰੇਟਿਡ ਜੁਡੀਸ਼ੀਅਲ ਸਿਸਟਮ ਗੌਰਮੈਂਟ ਆਫ ਇੰਡੀਆ ਐਕਟ 95 ਦੇ ਬੇਸ 'ਤੇ ਹੈਗਾ। ਠੀਕ ਹੈ, ਅਤੇ ਕਿਉਂਕਿ ਗੌਰਮੈਂਟ ਆਫ ਇੰਡੀਆ ਐਕਟ ਨੇ ਵੀ ਕਿਹਾ ਸੀਗਾ 1935 ਵਾਲੇ ਨੇ ਕਿ ਇੱਕ ਫੈਡਰਲ ਕੋਰਟ ਹੋਣਾ ਚਾਹੀਦਾ। ਠੀਕ ਹੈ, ਅਤੇ ਉਹੀ ਬੇਸ 'ਤੇ ਹੁਣ ਅਸੀਂ ਸੁਪਰੀਮ ਕੋਰਟ ਬਣਾਇਆ ਹੋਇਆ। ਅਤੇ ਸਾਡੇ ਮੌਜੂਦਾ ਸੁਪਰੀਮ ਕੋਰਟ ਸਟਾਰਟ ਹੋਇਆ ਸੀ ਜਨਵਰੀ 28, 1950 ਦੇ ਵਿੱਚ, ਜਿਹਨੇ ਕਿ ਫੈਡਰਲ ਕੋਰਟ ਆਫ ਇੰਡੀਆ ਨੂੰ
रिप्लेस किया एंड द ब्रिटिश प्रीवी काउंसिल एज द हाईएस्ट कोर्ट ऑफ अपील। कॉन्स्टिट्यूशन बनने तो पहला ब्रिटिश के टाइम ते की हुंदा सी, जिहड़ी भी लोअर कोर्ट तो हाई कोर्ट तक अपील जाती सी, सब तो हाईएस्ट जी तुसीं अपील कर सकती सी, डैट कैन बी टू ब्रिटिश प्रीवी काउंसिल। तो हुण ब्रिटिश प्रीवी काउंसिल की जगह ते वी हैव सुप्रीम कोर्ट। ओके, फिर यही हाई कोर्ट की भी असीं गल कर लांगे। हर स्टेट दे विच हर वन हाई कोर्ट होना चाहिए। बड़ी इंपॉर्टेंट चीज़ है कि साडा जिहड़ा ओरिजिनल कॉन्स्टिट्यूशन सीगा उस दे अकॉर्डिंग हर एक स्टेट दे विच एक हाई कोर्ट होना चाहिए। पर 7th अमेंडमेंट 1956 की जिहड़ी आई ओहदे अकॉर्डिंग कहा गया कि नहीं तुसीं मल्टीपल स्टेट्स जां यूनियन स्टेट प्लस यूनियन टैरेटरीज में मिला के भी एक हाई कोर्ट बना सकते हो। जिवें असीं देखते हैं पंजाब, हरियाणा ते चंडीगढ़ यूटी है, इन्हां दा वन हाई कोर्ट है। ठीक है, ते टैरीटोरीयल जुरिस्डिक्शन हाई कोर्ट दी जो स्टेट विच है जां यूनियन टैरेटरी नाल लिंक है, टैरीटोरीयल जुरिस्डिक्शन भी वो स्टेट ते यूनियन टैरेटरी तक ही सीमित होएगी। फिर असीं कंपोजिशन की गल करिए तो हुण एट प्रेजेंट 34 जज ने, 1 चीफ जस्टिस ऑफ इंडिया प्लस 33 अदर सुप्रीम कोर्ट जजिस। ते 2019 दे विच एक्ट पास किया गया सी कि 31 तो 34 नंबर इनक्रीज़ किए जान। मीनस 2019 तो पहला साढ़े कोल 31 जजिस सी टोटल मिला के हुण 34 ने, क्योंकि कॉन्स्टिट्यूशन ने की गया है कि यह पावर किहदे कोल है, पार्लीमेंट को, कि वो सुप्रीम कोर्ट के जजिस का नंबर इनक्रीज़ कर सकते। तो पार्लीमेंट कोल पावर का मतलब कि पार्लीमेंट नूं बकायदा एक एक्ट लैके आने पैना है। तो जो असीं हाई कोर्ट की गल करिए तो हाई कोर्ट की स्ट्रैंथ कॉन्स्टिट्यूशन दे विच फिक्स नहीं है। तो हाई कोर्ट की स्ट्रैंथ प्रेजिडेंट दी डिस्क्रिशन पर डिपेंड करती है। मीनस प्रेजिडेंट की चॉइस है किसी हाई कोर्ट विच किन्ने जज होने चाहिए। तो हर एक हाई कोर्ट दे विच वही चीफ जस्टिस हुंदा है ते होर जजिस हुंदे हैं, ते इन्हां नूं भी अपॉइंट प्रेजिडेंट ही करते हैं। मोस्ट इंपोर्टेंट थिंग कि भावें सुप्रीम कोर्ट के जज ने भावें हाई कोर्ट के जज ने उन्होंने प्रेजिडेंट ही अपॉइंट कर देना कि गवर्नर, कि हाई कोर्ट के स्टेट के गवर्नर करेंगे नहीं। दैन यही सीगा कि 1950 तो लैके 1973 तक ही हुंदा सी कि जो सीनियर मोस्ट सुप्रीम कोर्ट के जज होणगे उन्हां नूं ही चीफ जस्टिस ऑफ इंडिया बना दिता जाता सी। पर वन टाइम इस चीज़ की वोलेशन हुई है, वन टाइम टू टाइम 1973 विच ते 1977 दे विच, जदों यह दो जजिस ने AN रे ते MU बेग, है दोवें जजिस ना सीनियर मोस्ट जज नहीं सी उस टाइम दे, फिर भी गौरमेंट ने सीनियर मोस्ट जज नूं सप्रैस करके कि जजिस नूं चीफ जस्टिस ऑफ इंडिया बना दिता। फिर सैकेंड जज केस जिहड़ा 1993 दे विच आंदा, केस का नाम है, उस केस दे विच सुप्रीम कोर्ट ने कहा कि सिर्फ सीनियर मोस्ट जज नूं ही चीफ जस्टिस ऑफ इंडिया बनाया जाएगा। तो चीफ जस्टिस ऑफ इंडिया नूं अपॉइंट करते हैं प्रेजिडेंट, किनू कंसल्ट करके सुप्रीम कोर्ट ते हाई कोर्ट के जजिस नूं। मीनस कि होणगे तो सीनियर मोस्ट जज ही सुप्रीम कोर्ट दे, बट ऑफ कोर्स अपॉइंट कौन करेगा, प्रेजिडेंट। बस थोड़ी जी कंसल्टेशन कर लेंगे कि हाँ बिल्कुल सब प्रोसैस ठीक है ना, कि यही सीनियर मोस्ट ने जां कुछ चैक वगैरह होए उन्होंने बैकग्राउंड वगैरह कुछ करना है कि हाँ। तो होर भी चीफ जस्टिस ऑफ इंडिया भी प्रेजिडेंट द्वारा अपॉइंट होंगे ने, होर जजिस भी प्रेजिडेंट द्वारा अपॉइंट होंगे ने। तो हाई कोर्ट का जो चीफ जस्टिस बनाना है, यदा आर्टिकल है 217। तो
ਹਾਈ ਕੋਰਟ ਦੇ ਚੀਫ ਜਸਟਿਸ ਨੂੰ ਪ੍ਰੈਜ਼ੀਡੈਂਟ ਹੀ ਅਪੋਇੰਟ ਕਰਨਗੇ, ਪਰ ਉਹ ਗਵਰਨਰ ਨਾਲ ਕੰਸਰਨ ਕਰ ਲੈਣਗੇ। ਵੈਰੀ ਇੰਪੋਰਟੈਂਟ ਥਿੰਗ। ਤੁਹਾਡੇ ਕੋਲ ਐਪ ਹੋ ਸਕਦੇ ਨੇ ਕਿ ਆਪ ਗਵਰਨਰ ਦੀ ਜਗ੍ਹਾ 'ਤੇ ਕਹਿਣਗੇ ਚੀਫ ਮਿਨਿਸਟਰ ਨੂੰ ਕੰਸਲਟ ਕੀਤਾ ਜਾਂਦਾ ਹੈ ਚੀਫ ਜਸਟਿਸ ਆਫ ਹਾਈ ਕੋਰਟ ਕਰਨ ਦੇ ਲਈ, ਅਤੇ ਸਿਰਫ ਗਵਰਨਰ ਨੂੰ ਨਹੀਂ, ਚੀਫ ਜਸਟਿਸ ਆਫ ਇੰਡੀਆ ਨੂੰ ਵੀ ਕੰਸਲਟ ਕੀਤਾ ਜਾਂਦਾ ਹੈ। ਓਕੇ, ਸੋ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਅਪੋਇੰਟ ਕਰਨ ਦੇ ਲਈ ਵੈਸੇ ਤਾਂ ਇੱਕ ਫੁੱਲ ਫਲੈਜ ਕਮੇਟੀ ਹੁੰਦੀ ਹੈ, ਜਿਹਦੇ ਵਿੱਚ ਚੀਫ ਜਸਟਿਸ ਆਫ ਇੰਡੀਆ ਹੁੰਦੇ ਆ, 4 ਸੀਨੀਅਰ ਮੋਸਟ ਜੱਜਿਸ ਵਗੈਰਾ ਹੁੰਦੇ ਨੇ। ਮੀਨਸ ਜਿਵੇਂ ਸਿਸਟਮ ਹੈ ਕਿ ਇੱਕ ਜੋ ਸਾਡੇ ਚੀਫ ਜਸਟਿਸ ਆਫ ਇੰਡੀਆ ਪਲੱਸ 4 ਸੀਨੀਅਰ ਮੋਸਟ ਜੱਜਿਸ ਹੋਣਗੇ, ਇਹ ਜਿਹੜੇ ਵੀ ਅਸੀਂ ਸੁਪਰੀਮ ਕੋਰਟ ਦੇ ਜੱਜ ਅਪੋਇੰਟ ਕਰਨੇ ਨੇ। ਸਿਮਿਲਰਲੀ ਦੇਖੋ, ਇਹਦਾ ਯਾਦ ਰੱਖੋ ਕਿ ਇਹ ਨੇ ਸੁਪਰੀਮ ਕੋਰਟ ਥੋੜ੍ਹੀ ਹਾਇਰ ਕੋਰਟ ਹੈ, ਤਾਂ ਹੋਣਗੇ 4 ਸੀਨੀਅਰ ਮੋਸਟ ਜੱਜ, ਮੀਨਸ ਚੀਫ ਜਸਟਿਸ ਆਫ ਇੰਡੀਆ ਤੋਂ ਬਾਅਦ ਜਿਹੜੇ 4 ਜੱਜਿਸ ਨੇ। ਅਤੇ ਜੇ ਅਸੀਂ ਹਾਈ ਕੋਰਟ ਦੇ ਜੱਜ ਅਪੋਇੰਟ ਕਰਨੇ ਨੇ, ਦੈਨ ਕੀ ਹੋਏਗਾ, ਚੀਫ ਜਸਟਿਸ ਆਫ ਇੰਡੀਆ ਪਲੱਸ 2 ਸੀਨੀਅਰ ਮੋਸਟ ਜੱਜ, ਸਿਰਫ 2 ਜਿਹੜੇ ਸੁਪਰੀਮ ਕੋਰਟ ਦੇ ਜੱਜ ਨੇ ਉਹਨਾਂ ਨੂੰ ਕੰਸਲਟ ਕੀਤਾ ਜਾਵੇਗਾ, ਪਲੱਸ ਕੀ ਹੋਏਗਾ ਕਿ ਜਿਹੜੇ ਉਸ ਹਾਈ ਕੋਰਟ ਦੇ ਚੀਫ ਜਸਟਿਸ ਨੇ ਉਹਨਾਂ ਨੂੰ ਕੰਸਲਟ ਕਰ ਲਿਆ ਜਾਵੇਗਾ ਇੱਦਾਂ। ਅਤੇ ਨਾਲ ਹੀ ਗਵਰਨਰ ਨੂੰ ਵੀ ਪੁੱਛ ਲਿਆ ਜਾਏਗਾ। ਇਹ ਚੀਜ਼ ਕਨਫਿਊਜ਼ ਨਹੀਂ ਕਰਨੀ, ਸੋ ਅਸੀਂ ਇੱਕ ਵਾਰੀ ਫਿਰ ਦੇਖ ਲੈਂਦੇ ਹਾਂ, ਤੁਹਾਨੂੰ ਕਨਫਿਊਜ਼ਨ ਹੋਈ ਸਮਝ ਨਾ ਆਈ ਹੋਏ। ਸੋ ਪਹਿਲਾਂ ਅਸੀਂ ਗੱਲ ਕੀਤੀ ਆ ਹਾਈ ਕੋਰਟ ਦੇ ਚੀਫ ਜਸਟਿਸ ਨੂੰ। ਹਾਈ ਕੋਰਟ ਦਾ ਚੀਫ ਜਸਟਿਸ ਅਪੋਇੰਟ ਕੌਣ ਕਰੇਗਾ? ਪ੍ਰੈਜ਼ੀਡੈਂਟ ਹੀ ਕਰੇਗਾ, ਪਰ ਉਹ ਸਟੇਟ ਦੇ ਗਵਰਨਰ ਨਾਲ ਕੰਸਲਟ ਕਰਨਗੇ, ਪਲੱਸ ਚੀਫ ਜਸਟਿਸ ਆਫ ਇੰਡੀਆ ਨਾਲ ਵੀ ਕੰਸਲਟ ਕਰਨਗੇ, ਪਲੱਸ ਜਿਹੜੇ ਹੋਰ ਜੱਜਿਸ ਹੈ ਹਾਈ ਕੋਰਟ ਦੇ ਉਹਨਾਂ ਨੂੰ ਵੀ ਪ੍ਰੈਜ਼ੀਡੈਂਟ ਹੀ ਅਪੋਇੰਟ ਕਰਨਗੇ। ਅਤੇ ਸੇਮ ਉਹੀ ਕਿ ਚੀਫ ਜਸਟਿਸ ਆਫ ਇੰਡੀਆ ਅਤੇ ਗਵਰਨਰ ਦੋਵਾਂ ਨੂੰ ਕੰਸਲਟ ਕਰਨਗੇ, ਸੇਮ ਜਿਵੇਂ ਚੀਫ ਜਸਟਿਸ ਸੀ। ਬਟ ਹੁਣ ਕਿਉਂਕਿ ਚੀਫ ਜਸਟਿਸ ਉਹ ਹਾਈ ਕੋਰਟ ਦੇ ਬਣ ਗਏ ਨੇ, ਉਹ ਜ਼ਿਆਦਾ ਹਾਇਰ ਅਥੋਰਿਟੀ ਹੈ, ਤਾਂ ਬਾਕੀ ਜੱਜਿਸ ਨੂੰ ਅਪੋਇੰਟ ਕਰਨ ਲਈ ਅਸੀਂ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਵੀ ਕੰਸਲਟ ਕਰਾਂਗੇ। ਸੋ ਇਹੀ ਪੁਆਇੰਟ ਹੈ। ਅਤੇ ਫਿਰ ਥਰਡ ਜੱਜ ਕੇਸ ਆਇਆ, ਜਿਵੇਂ ਸੈਕਿੰਡ ਜੱਜ ਕੇਸ ਸੀਗਾ, ਉਸ ਲਈ ਥਰਡ ਜੱਜ ਕੇਸ ਦੇ ਵਿੱਚ ਕਿਹਾ ਗਿਆ ਕਿ ਹਾਈ ਕੋਰਟ ਦੇ ਜੱਜ ਨੂੰ ਅਪੋਇੰਟ ਕਰਨ ਲਈ ਜਦੋਂ ਅਸੀਂ ਕਹਿ ਰਹੇ ਕਿ ਚੀਫ ਜਸਟਿਸ ਨੂੰ ਕੰਸਲਟ ਕਰਨਾ, ਤਾਂ ਸਿਰਫ ਚੀਫ ਜਸਟਿਸ ਨੂੰ ਨਹੀਂ ਕਰਨਾ, ਚੀਫ ਜਸਟਿਸ ਆਫ ਇੰਡੀਆ ਪਲੱਸ 2 ਸੀਨੀਅਰ ਮੋਸਟ ਜੱਜਿਸ ਨੂੰ ਕਰਨਾ, ਠੀਕ ਹੈ। ਅਤੇ ਪਲੱਸ ਫਿਰ ਕੀ ਹੋਇਆ ਕਿ ਚੀਫ ਜਸਟਿਸ ਆਫ ਇੰਡੀਆ ਪਲੱਸ 2 ਸੀਨੀਅਰ ਮੋਸਟ ਜੱਜਿਸ ਆਪਣੀ ਰਿਕਮੈਂਡੇਸ਼ਨ ਦੇਣਗੇ ਪ੍ਰੈਜ਼ੀਡੈਂਟ ਨੂੰ, ਅਤੇ ਪ੍ਰੈਜ਼ੀਡੈਂਟ ਫਿਰ ਗਵਰਨਰ ਨੂੰ ਕੰਸਲਟ ਕਰ ਲੈਣਗੇ, ਅਤੇ ਚੀਫ ਜਸਟਿਸ ਆਫ ਹਾਈ ਕੋਰਟ ਨੂੰ ਵੀ ਕੰਸਲਟ ਕਰ ਲੈਣਗੇ। ਮੀਨਸ ਇਹ 3-4% ਮਾਈਂਡ 'ਚ ਰੱਖਣੇ ਆ, ਕੁਐਸਚਨ ਆ ਜਾਏ। ਅਤੇ ਫਿਰ ਦੋਵਾਂ ਦੀ ਅਸੀਂ ਕੁਆਲੀਫਿਕੇਸ਼ਨ ਦੇਖੀਏ। ਸੁਪਰੀਮ ਕੋਰਟ ਦਾ ਜੱਜ ਬਣਨ ਲਈ ਤੁਹਾਨੂੰ ਇੰਡੀਆ ਦਾ ਸਿਟੀਜ਼ਨ ਹੋਣਾ ਚਾਹੀਦਾ, ਤੁਸੀਂ ਹਾਈ ਕੋਰਟ ਦੇ ਵਿੱਚ ਐਟਲੀਸਟ 5 ਈਅਰ ਐਜ਼ ਅ ਜੱਜ ਸਰਵ ਕੀਤਾ ਹੋਏ, ਜਾਂ 10 ਸਾਲ ਲਈ ਤੁਸੀਂ ਐਡਵੋਕੇਟ ਰਹੇ ਹੋ। ਜੇ ਜੱਜ ਹੈ ਥੋੜ੍ਹੀ ਹਾਈ ਪੋਜੀਸ਼ਨ ਹੈ, 5 ਈਅਰ ਵੀ ਚੱਲੇਗਾ, ਪਰ ਜੇਕਰ ਤੁਸੀਂ ਹਾਈ ਕੋਰਟ 'ਚ ਐਡਵੋਕੇਟ ਰਹੇ ਹੋ ਅਤੇ ਹੁਣ ਜੱਜ ਬਣਨਾ ਚਾਹੁੰਦੇ ਹੋ ਸੁਪਰੀਮ ਕੋਰਟ ਦੇ, ਅਤੇ ਐਟਲੀਸਟ 10 ਸਾਲ ਤੁਹਾਡੀ ਸਰਵਿਸ ਦਾ ਹੋਏ ਐਟਲੀਸਟ। ਅਤੇ ਇਹ ਤਾਂ ਸੀ ਕੁਆਲੀਫਿਕੇਸ਼ਨ। ਫਿਰ ਇੱਕ ਵਿੱਚ ਐਕਸੈਪਸ਼ਨ ਵੀ ਹੁੰਦੀ ਆ ਕਿ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਕੋਈ ਵੀ ਜੱਜ ਇਹੋ ਜਿਹਾ ਲੱਗੇ ਕਿ ਹਾਂ ਇਹ ਜੱਜ ਬਹੁਤ ਕੈਪੇਬਿਲਿਟੀਜ਼ ਹੈ, ਇੱਕ ਬਿਲਕੁਲ ਡਿਸਟਿੰਗਿਊਸ਼ਡ ਜੂਰਿਸਟ ਹੈ, ਕਿ ਸਭ ਤੋਂ ਅਲੱਗ ਹੈ, ਕੁਛ ਮਤਲਬ ਵਧੀਆ ਕਰਨਗੇ, ਅਤੇ ਪ੍ਰੈਜ਼ੀਡੈਂਟ ਇਹ ਸਭ ਨੂੰ ਸਰਪਾਸ ਕਰਕੇ ਵੀ ਕੰਡੀਸ਼ਨਸ ਨੂੰ ਉਹਨਾਂ ਨੂੰ ਅਪੋਇੰਟ ਕਰ ਸਕਦਾ। ਅਤੇ ਯਾਦ ਰੱਖਣਾ ਚੀਜ਼ ਸਿਰਫ ਅਤੇ ਸਿਰਫ ਸੁਪਰੀਮ ਕੋਰਟ ਲਈ ਹੀ ਹੈ, ਕਿ ਸੁਪਰੀਮ ਕੋਰਟ ਦਾ ਜੱਜ ਬਣਾਉਣ ਦੇ ਲਈ ਪ੍ਰੈਜ਼ੀਡੈਂਟ ਆਪਣੇ ਡਿਸਕ੍ਰਿਸ਼ਨ ਨੂੰ ਯੂਜ਼ ਕਰ ਸਕਦਾ, ਹਾਈ ਕੋਰਟ ਦੇ ਜੱਜ ਲਈ ਇਸ ਤਰ੍ਹਾਂ ਨਹੀਂ ਹੈ। ਸੋ ਇਹ ਤੁਹਾਨੂੰ ਆਏਗਾ ਕੁਐਸਚਨ ਕਿ ਪ੍ਰੈਜ਼ੀਡੈਂਟ ਹਾਈ ਕੋਰਟ ਦੇ ਜੱਜ ਨੂੰ ਵੀ ਆਪਣੇ ਅਕੋਰਡਿੰਗ ਬਣਾ ਸਕਦਾ, ਜੋ ਉਹਨਾਂ ਨੂੰ ਵਧੀਆ ਲੱਗਦਾ, ਇੱਕ ਡਿਸਟਿੰਗਿਊਸ਼ਡ ਜੂਰਿਸਟ ਲੱਗਦਾ, ਬਟ ਇਸ ਤਰ੍ਹਾਂ ਨਹੀਂ, ਇੱਦਾਂ ਦੀ ਕੋਈ ਪ੍ਰੋਵੀਜ਼ਨ ਨਹੀਂ। ਅਤੇ ਦੋਵਾਂ ਲਈ ਕੋਈ ਵੀ ਮਿਨੀਮਮ ਏਜ ਪ੍ਰਿਸਕ੍ਰਾਈਬ ਨਹੀਂ ਕੀਤੀ ਸੀ, ਬਟ ਇਸ ਦਾ ਮਤਲਬ ਇਹ ਤਾਂ ਨਹੀਂ ਕਿ 16 ਸਾਲ ਦਾ ਬੱਚਾ ਜੱਜ ਬਣ ਜਾਏਗਾ। ਅਫਕੋਰਸ ਜੋ ਤੁਸੀਂ ਇੱਥੇ 5 ਈਅਰ ਜੱਜ ਰਹੇ ਹੋ, 10 ਸਾਲ ਐਡਵੋਕੇਟ ਰਹੋਗੇ ਕੁਛ ਵੀ, ਅਤੇ ਤੁਹਾਡੀ ਬਹੁਤ ਜ਼ਿਆਦਾ ਏਜ ਹੋਏਗੀ।
ਤੇ ਹਾਈ ਕੋਰਟ ਦਾ ਜੱਜ ਬਣਨ ਦੇ ਲਈ ਤੁਸੀਂ ਐਟਲੀਸਟ 10 ਸਾਲ ਲਈ ਜੁਡੀਸ਼ੀਅਲ ਆਫਿਸ ਨੂੰ ਹੈਲਡ ਕੀਤਾ ਹੋਵੇ ਜਾਂ ਫਿਰ ਹਾਈ ਕੋਰਟ ਵਿੱਚ 10 ਸਾਲ ਲਈ ਐਡਵੋਕੇਟ ਰਹੋ। ਮਤਲਬ ਹਾਈ ਕੋਰਟ ਦਾ ਜੱਜ ਬਣਨ ਲਈ ਨਾ ਦੋਵੇਂ ਕੰਡੀਸ਼ਨਸ 10-10 ਸਾਲ ਦੀਆਂ ਨੇ। ਪਰ ਜੇ ਸੁਪਰੀਮ ਕੋਰਟ ਦਾ ਜੱਜ ਬਣਨਾ ਹੈ ਦੈਨ ਹਾਈ ਕੋਰਟ ਦਾ ਜੱਜ ਹੋਵੋ 5 ਸਾਲ ਲਈ ਅਤੇ ਉੱਥੇ ਐਡਵੋਕੇਟ ਹੋਵੋ 10 ਸਾਲ ਲਈ। ਦੋਵਾਂ ਵਿੱਚੋਂ ਕੋਈ ਵਨ ਕੰਡੀਸ਼ਨ। ਫਿਰ ਇਹ ਵੀ ਪੁੱਛਦੇ ਨੇ ਕਿ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜਿਸ ਨੂੰ ਓਥ ਕੌਣ ਦਿਲਵਾਉਂਦਾ। ਸੋ ਸੁਪਰੀਮ ਕੋਰਟ ਦੇ ਜੱਜ ਨੂੰ ਉਹ ਦਿਲਵਾਉਂਦੇ ਨੇ ਪ੍ਰੈਜ਼ੀਡੈਂਟ, ਹਾਈ ਕੋਰਟ ਦੇ ਜੱਜ ਨੂੰ ਗਵਰਨਰ। ਵੈਰੀ ਇੰਪੋਰਟੈਂਟ। ਇਹ ਨਹੀਂ ਕਹਿਣਾ ਕਿ ਹਾਈ ਕੋਰਟ ਦੇ ਜੱਜ ਨੂੰ ਤਾਂ ਪ੍ਰੈਜ਼ੀਡੈਂਟ ਅਪੋਇੰਟ ਕਰਦੇ ਨੇ ਅਤੇ ਫਿਰ ਓਥ ਵੀ ਉਹੀ ਦਿਵਾਉਣਗੇ। ਨਹੀਂ, ਕੌਣ ਦਿਵਾਏਗਾ ਓਥ? ਗਵਰਨਰ। ਤੁਸੀਂ ਇਸ ਤਰ੍ਹਾਂ ਯਾਦ ਰੱਖ ਸਕਦੇ ਹੋ ਕਿ ਅਸੀਂ ਕਹਿ ਰਹੇ ਹਾਂ ਕਿ 25 ਹਾਈ ਕੋਰਟ ਨੇ। ਹਰ ਹਾਈ ਕੋਰਟ ਵਿੱਚ ਕਿੰਨੇ ਜੱਜਿਸ ਹੁੰਦੇ ਨੇ? ਮਤਲਬ ਆਈ ਥਿੰਕ ਐਟ ਪ੍ਰੈਜ਼ੈਂਟ ਅਬਵ 700 ਹਾਈ ਕੋਰਟ ਜੱਜਿਸ ਨੇ ਅਤੇ ਪ੍ਰੈਜ਼ੀਡੈਂਟ ਕਿੰਨੇ ਬਿਜ਼ੀ ਹੁੰਦੇ ਆ ਅਤੇ ਸਾਰੇ ਹਾਈ ਕੋਰਟ ਦੇ ਜੱਜਿਸ ਨੂੰ ਓਥ ਨਹੀਂ ਦਿਵਾਉਣਗੇ, ਇੰਨਾ ਟਾਈਮ ਨਹੀਂ ਹੈ। ਸੋ ਹਰ ਹਾਈ ਕੋਰਟ ਦਾ ਜੱਜ ਜਿਹੜੀ ਸਟੇਟ ਦਾ ਉਹ ਹਾਈ ਕੋਰਟ ਹੈ ਉਸ ਦੇ ਗਵਰਨਰ ਉਹਨਾਂ ਨੂੰ ਓਥ ਦਿਵਾਉਣਗੇ। ਤੁਸੀਂ ਯਾਦ ਕਰਨ ਵਾਸਤੇ ਕਰ ਸਕਦਾ, ਉਹਨੂੰ ਕਨਫਿਊਜ਼ਨ ਨਾ ਹੋਏ। ਫਿਰ ਹੈ ਕਿ 65 ਈਅਰ ਤੱਕ ਸੁਪਰੀਮ ਕੋਰਟ ਦੇ ਜੱਜ ਸਰਵ ਕਰ ਸਕਦੇ ਨੇ ਅਤੇ ਹਾਈ ਕੋਰਟ ਦੇ 62 ਈਅਰ ਤੱਕ। ਅਤੇ ਦੋਵੇਂ ਜਣੇ ਰਿਜ਼ਾਈਨ ਕਿਸ ਤਰ੍ਹਾਂ ਕਰਨਗੇ? ਬਾਈ ਰਾਈਟਿੰਗ ਟੂ ਪ੍ਰੈਜ਼ੀਡੈਂਟ ਅਤੇ ਜਾਂ ਫਿਰ ਸੁਪਰੀਮ ਕੋਰਟ ਦੇ ਜੱਜਿਸ ਨੂੰ ਪਾਰਲੀਮੈਂਟ ਦੁਆਰਾ ਵੀ ਰਿਮੂਵ ਕੀਤਾ ਜਾ ਸਕਦਾ। ਕਿੱਦਾਂ? ਸਪੈਸ਼ਲ ਮੈਜੋਰਿਟੀ ਦੇ ਨਾਲ। ਅਤੇ ਸੇਮ ਹਾਈ ਕੋਰਟ ਦੇ ਲਈ ਮੀਨਸ ਹਾਈ ਕੋਰਟ ਦੇ ਅਤੇ ਸੁਪਰੀਮ ਕੋਰਟ ਦੇ ਜੱਜਿਸ ਦੋਵਾਂ ਨੂੰ ਪਾਰਲੀਮੈਂਟ ਵਿੱਚ ਰਿਮੂਵ ਕੀਤਾ ਜਾ ਸਕਦਾ ਹੈ ਸਪੈਸ਼ਲ ਮੈਜੋਰਿਟੀ ਪਾਸ ਕਰਕੇ। ਫਿਰ ਅਸੀਂ ਦੇਖਦੇ ਹਾਂ, ਇਹ ਬੜਾ ਇੰਪੋਰਟੈਂਟ ਪ੍ਰੋਵੀਜ਼ਨ ਹੈ, ਐਕਟਿੰਗ ਚੀਫ ਜਸਟਿਸ। ਜਿਸ ਟਾਈਮ 'ਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਅਵੇਲੇਬਲ ਨਾ ਹੋਣ, ਉਹ ਬਿਮਾਰ ਹੋਣ ਜਾਂ ਉਹਨਾਂ ਦੀ ਅਪੋਇੰਟਮੈਂਟ ਵਿੱਚ ਡਿਲੇ ਹੋ ਰਿਹਾ ਹੋਏ ਜਾਂ ਉਹ ਕਿਤੇ ਆਊਟ ਆਫ ਕੰਟਰੀ ਗਏ ਜਾਂ ਕੁਛ ਕੰਮ ਲਈ ਜਾਂ ਕੁਛ ਵੀ ਹੋ ਸਕਦਾ ਹੈ, ਜਿਸ ਟਾਈਮ ਚੀਫ ਜਸਟਿਸ ਆਫ ਇੰਡੀਆ ਟੈਂਪਰੇਰਲੀ ਐਬਸੈਂਟ ਨੇ, ਆਪਣੀ ਡਿਊਟੀਜ਼ ਨਹੀਂ ਪਰਫੋਰਮ ਕਰ ਸਕਦੇ ਜਾਂ ਕੋਈ ਫਿਲਹਾਲ ਚੀਫ ਜਸਟਿਸ ਹੈ ਹੀ ਨਹੀਂ ਹੈ, ਉਸ ਟਾਈਮ ਸੇਮ ਗੋਸ ਫॉर ਹਾਈ ਕੋਰਟ। ਉਸ ਟਾਈਮ 'ਤੇ ਜਿਹੜੇ ਪ੍ਰੈਜ਼ੀਡੈਂਟ ਹੈ ਉਹ ਕਿਸੇ ਵੀ ਸੁਪਰੀਮ ਕੋਰਟ ਦੇ ਜੱਜ ਨੂੰ ਐਜ਼ ਐਕਟਿੰਗ ਚੀਫ ਜਸਟਿਸ ਅਪੋਇੰਟ ਕਰ ਸਕਦੇ। ਸਿਰਫ ਕੌਣ ਅਪੋਇੰਟ ਕਰੇਗਾ? ਪ੍ਰੈਜ਼ੀਡੈਂਟ। ਪ੍ਰੈਜ਼ੀਡੈਂਟ ਕੋਲ ਹੀ ਪਾਵਰ ਹੈ, ਕਿਸੇ ਨੂੰ ਕੰਸਲਟ ਵਗੈਰਾ ਕਰਨ ਦੀ ਲੋੜ ਨਹੀਂ, ਜਿਵੇਂ ਅਸੀਂ ਮੇਨ ਚੀਫ ਜਸਟਿਸ ਬਣਾਉਣਾ ਹੁੰਦਾ ਉਸ ਤਰ੍ਹਾਂ ਨਹੀਂ ਹੈ। ਸੇਮ ਹਾਈ ਕੋਰਟ ਦੇ ਜੱਜ ਲਈ ਵੀ ਪ੍ਰੈਜ਼ੀਡੈਂਟ ਹੀ ਦੇਖ ਲੈਣਗੇ ਕਿ ਚੀਫ ਜਸਟਿਸ ਨੂੰ ਅਪੋਇੰਟ ਕਰਨਾ, ਸੋ ਅਸੀਂ ਪ੍ਰੈਜ਼ੀਡੈਂਟ ਨੂੰ ਪਾਵਰ ਦਊਂਗੇ। ਦੈਨ ਕਿ ਰਿਟਾਇਰਡ ਜੱਜ ਨੂੰ ਵੀ ਫਿਰ ਤੋਂ ਬੁਲਾਇਆ ਜਾ ਸਕਦਾ ਹੈ ਅਤੇ ਜਦੋਂ ਕਿ ਬੜਾ ਜ਼ਿਆਦਾ ਹੈਵੀ ਵਰਕ ਲੋਡ ਹੈ, ਸਾਨੂੰ ਜੱਜਿਸ ਦੀ ਜ਼ਰੂਰਤ ਹੈ, ਅਸੀਂ ਕੀ ਕਰ ਸਕਦੇ ਹਾਂ? ਜਿਹੜੇ ਰਿਟਾਇਰਡ ਜੱਜ ਹੈ ਉਹਨਾਂ ਨੂੰ ਬੁਲਾ ਸਕਦੇ ਹਾਂ। ਬਟ ਇਹ ਹੁਣ ਰਿਟਾਇਰਡ ਜੱਜ ਨੂੰ ਪ੍ਰੈਜ਼ੀਡੈਂਟ 'ਤੇ ਬੁਲਾਉਂਦੇ ਫਿਰਨਗੇ ਨਹੀਂ ਕਿ ਸੁਪਰੀਮ ਕੋਰਟ ਵਿੱਚ ਜ਼ਰੂਰਤ ਹੈ। ਜਿਹੜੇ ਉੱਥੋਂ ਦੇ ਚੀਫ ਜਸਟਿਸ ਨੇ ਸੁਪਰੀਮ ਕੋਰਟ ਦੇ, ਮੀਨਸ ਸਾਡੇ ਚੀਫ ਜਸਟਿਸ ਆਫ ਇੰਡੀਆ ਨੇ, ਦੇ ਨੋ ਬੈਟਰ ਅਬਾਊਟ ਦੀ requirements of Supreme Court. So Chief Justice of India ਕਿਸੇ ਵੀ ਰਿਟਾਇਰਡ ਜੱਜ ਨੂੰ ਰਿਕੁਐਸਟ ਕਰਨਗੇ ਜਾਂ ਉਹ ਸੁਪਰੀਮ ਕੋਰਟ ਦੇ ਵੀ ਰਿਟਾਇਰਡ ਜੱਜ ਹੋ ਸਕਦੇ ਆ ਜਾਂ ਹਾਈ ਕੋਰਟ ਦੇ ਉਹ ਵਾਲੇ ਰਿਟਾਇਰਡ ਜੱਜ ਜੋ ਕਿ ਕੁਆਲੀਫਾਈਡ ਸੀਗੇ ਸੁਪਰੀਮ ਕੋਰਟ ਦੇ ਜੱਜ ਬਣਨ ਲਈ, ਉਹਨਾਂ ਨੂੰ ਰਿਕੁਐਸਟ ਕੀਤੀ ਜਾ ਸਕਦੀ ਹੈ ਕਿ ਉਹ ਸੁਪਰੀਮ ਕੋਰਟ ਦੇ ਜੱਜ ਬਣ ਜਾਣ ਟੈਂਪਰੇਰੀ। ਅਤੇ ਇਹ ਰਿਕੁਐਸਟ ਕਰਨ ਤੋਂ ਪਹਿਲਾਂ ਬਸ ਉਹਨਾਂ ਨੂੰ ਪ੍ਰੈਜ਼ੀਡੈਂਟ ਦੀ ਕੰਸੈਂਟ ਲੈਣੀ ਜ਼ਰੂਰੀ ਹੈ, ਠੀਕ ਹੈ। ਅਤੇ ਜੋ ਵੀ ਸੁਪਰੀਮ ਕੋਰਟ ਦੇ ਜੱਜ ਕੋਲ ਐਟ ਪ੍ਰੈਜ਼ੈਂਟ ਪਾਵਰ ਨੇ, ਕਿਹੜੀ ਜੂਰਿਸਡਿਕਸ਼ਨ 'ਚ ਕੰਮ ਕਰ ਸਕਦੇ ਨੇ, ਸਭ ਉਹਨਾਂ ਨੂੰ ਮਿਲੇਗੀ। ਬਟ ਇਜ਼ ਨੋਟ ਡੀਮਡ ਅ ਜੱਜ, ਬਟ ਉਹਨੂੰ ਫੁੱਲ ਫਲੈਜ ਜੱਜ ਨਹੀਂ ਅਸੀਂ ਕਹਿ ਸਕਦੇ ਹਾਂ ਕਿ ਰਿਟਾਇਰਡ ਹੈਗੇ, ਅਸੀਂ ਉਹਨਾਂ ਨੂੰ ਬੁਲਾਇਆ ਵਾ। ਸੇਮ ਹੈ ਚੀਫ ਜਸਟਿਸ ਆਫ ਹਾਈ ਕੋਰਟ ਵੀ, ਉਹ ਜਾਣਦੇ ਆ ਬੈਟਰ ਕਿ ਹਾਈ ਕੋਰਟ ਵਿੱਚ ਕੀ ਜ਼ਰੂਰਤ ਹੈ। ਸੋ ਇਹ ਕੰਮ ਜ਼ਿਆਦਾ ਚੀਫ ਜਸਟਿਸ ਆਫ ਇੰਡੀਆ ਨਹੀਂ ਕਰਨਗੇ,
ਚੀਫ ਜਸਟਿਸ ਆਫ ਹਾਈ ਕੋਰਟ ਕਰਨਗੇ ਆਪਣੇ ਹਾਈ ਕੋਰਟ ਦੇ ਲਈ, ਕਿਸੇ ਵੀ ਰਿਟਾਇਰਡ ਹਾਈ ਕੋਰਟ ਦੇ ਜੱਜ ਨੂੰ ਬੁਲਾ ਲੈਣਗੇ ਅਤੇ ਸੇਮ ਉਹਨਾਂ ਨੂੰ ਵੀ ਪ੍ਰੈਜ਼ੀਡੈਂਟ ਦੀ ਕੰਸੈਂਟ ਲੈਣੇ ਪੈਣੀ ਆ। ਅਤੇ ਇਹ ਹੈਗਾ ਇਨ ਆਰਟੀਕਲ 224A। 224A ਇੱਕ ਅਮੈਂਡਮੈਂਟ ਦੇ ਨਾਲ ਆਇਆ ਸੀ। ਮੀਨਸ ਓਰੀਜਨਲ ਕੌਨਸਟੀਟਿਊਸ਼ਨ ਦੇ ਵਿੱਚ ਹਾਈ ਕੋਰਟ ਲਈ ਇਹ ਪ੍ਰੋਵੀਜ਼ਨ ਨਹੀਂ ਸੀਗਾ ਕਿ ਉਹ ਕੋਈ ਵੀ ਰਿਟਾਇਰਡ ਜੱਜ ਨੂੰ ਬੁਲਾ ਸਕਦੇ ਨੇ। ਦੈਨ ਅਸੀਂ ਦੇਖਦੇ ਹਾਂ ਕੁਛ ਪੁਆਇੰਟਸ ਹੈ ਕਿ ਜੁਡੀਸ਼ਰੀ ਕਿਸ ਤਰ੍ਹਾਂ ਨਾਲ ਆਪਣੀ ਇੰਡੀਪੈਂਡੈਂਸ ਮੇਨਟੇਨ ਕਰ ਸਕਦੀ ਹੈ, ਅਤੇ ਬਹੁਤ ਸਾਰੇ ਕੁਐਸਚਨਸ UPSC ਵਿੱਚ ਆਏ ਹੋਏ ਨੇ ਅਤੇ ਪੰਜਾਬ PCS ਵਿੱਚ ਵੀ ਇਸ ਟੋਪਿਕ ਦੇ ਰਿਲੇਟਿਡ ਆਉਣ ਦੀ ਸੰਭਾਵਨਾ ਹੈਗੀ ਹੈ। ਫਿਰ ਫਸਟ ਆਫ ਆਲ ਇਹੀ ਹੈ ਕਿ ਜਿਹੜੇ ਸਾਡੇ ਜੱਜ ਨੇ ਉਹਨਾਂ ਨੂੰ ਪ੍ਰੈਜ਼ੀਡੈਂਟ ਅਪੋਇੰਟ ਕਰਦੇ ਨੇ ਜੁਡੀਸ਼ਰੀ ਨਾਲ ਹੀ ਕੰਸਲਟ ਕਰਕੇ, ਅਤੇ ਕੋਈ ਵੀ ਜੱਜਿਸ ਨੂੰ ਹਟਾ ਨਹੀਂ ਸਕਦਾ। ਉਹਨਾਂ ਨੂੰ ਫੁੱਲ ਫਲੈਜ ਕੌਨਸਟੀਟਿਊਸ਼ਨਲ ਪ੍ਰੋਸੀਜਰ ਫੋਲੋ ਕਰਨ ਪੈਣਗੇ, ਮਤਲਬ ਪਾਰਲੀਮੈਂਟ ਦੇ ਥਰੂ ਸਪੈਸ਼ਲ ਮੈਜੋਰਿਟੀ ਦੇ ਨਾਲ ਪਾਸ ਕਰਕੇ ਹੀ ਉਹਨਾਂ ਨੂੰ ਹਟਾਇਆ ਜਾ ਸਕਦਾ। ਅਤੇ ਸਰਵਿਸ ਕੰਡੀਸ਼ਨਸ ਜਿਹੜੀਆਂ ਵਾ ਉਹ ਚੇਂਜ ਨਹੀਂ ਕੀਤੀਆਂ ਜਾ ਸਕਦੀਆਂ, ਕਿ ਪਹਿਲਾਂ ਉਹਨਾਂ ਦੀ ਅਪੋਇੰਟਮੈਂਟ ਕਰ ਦਿੱਤੀ ਕਿ ਆਹ ਵੀ ਤੁਹਾਡੀ ਸੈਲਰੀ ਆ, ਇਹ ਤੁਹਾਨੂੰ ਅਲਾਉੈਂਸਿਸ ਮਿਲਣਗੀਆਂ, ਬਾਅਦ ਵਿੱਚ ਕੋਈ ਜੱਜ ਅਪੋਇੰਟ ਕਰਕੇ ਤੁਸੀਂ ਕੋਈ ਵੀ ਜਿਹੜੀ ਸਰਵਿਸ ਕੰਡੀਸ਼ਨ ਉਹ ਰਿਡਿਊਸ ਨਹੀਂ ਕਰ ਸਕਦੇ। ਬਟ ਵਨ ਐਕਸੈਪਸ਼ਨ ਇਜ਼ ਦੇਅਰ ਕਿ ਫਾਈਨੈਂਸ਼ੀਅਲ ਐਮਰਜੈਂਸੀ ਦੇ ਦੌਰਾਨ ਵੀ ਕੈਨ ਡੂ ਇਟ, ਕਿਉਂਕਿ ਫਾਈਨੈਂਸ਼ੀਅਲ ਐਮਰਜੈਂਸੀ ਦੇ ਦੌਰਾਨ ਆਫ ਕੋਰਸ ਸਾਡੇ ਕੋਲ ਫਾਈਨੈਂਸ ਦੀ ਘਾਟ ਹੋਏਗੀ। ਮੈਂ ਤੁਹਾਨੂੰ ਪੁੱਛ ਸਕਦੀ ਹਾਂ ਕਿ ਇਨ ਐਨੀ ਕੰਡੀਸ਼ਨ ਉਹਨਾਂ ਦੀ ਸਰਵਿਸ ਕੰਡੀਸ਼ਨ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ। ਇਹ ਸਟੇਟਮੈਂਟ ਰੋਂਗ ਹੈ। ਫਾਈਨੈਂਸ਼ੀਅਲ ਐਮਰਜੈਂਸੀ ਦੇ ਦੌਰਾਨ ਕੀਤਾ ਜਾ ਸਕਦਾ। ਫਿਰ ਸਭ ਤੋਂ ਇੰਪੋਰਟੈਂਟ ਪੁਆਇੰਟ ਹੈ ਕਿ ਜਿਹੜੇ ਵੀ ਸੁਪਰੀਮ ਕੋਰਟ ਦੇ ਐਕਸਪੈਂਸਿਸ ਨੇ ਉਹ ਚਾਰਜ ਕੀਤੇ ਜਾਂਦੇ ਆ ਕੰਸੋਲੀਡੇਟਿਡ ਫੰਡ ਆਫ ਇੰਡੀਆ। ਆਫ ਕੋਰਸ ਇਹ ਤਾਂ ਸੌਖਾ, ਬਟ ਦ ਕੈਚ ਇਜ਼ ਇਨ ਹਾਈ ਕੋਰਟ ਕਿ ਸਟੇਟ ਹਾਈ ਕੋਰਟ ਦੀ ਜਿਹੜੀ ਸੈਲਰੀਜ਼ ਵਗੈਰਾ ਉਹ ਕੰਸੋਲੀਡੇਟਿਡ ਫੰਡ ਆਫ ਸਟੇਟ ਤੋਂ ਆਏਗੀ। ਬਟ ਜੋ ਰਿਟਾਇਰ ਹੋ ਜਾਣਗੇ, ਰਿਟਾਇਰ ਹੋਣ ਤੋਂ ਬਾਅਦ ਜਿਹੜੀ ਪੈਨਸ਼ਨਸ ਆਉਣਗੀਆਂ ਉਹ ਕੰਸੋਲੀਡੇਟਿਡ ਫੰਡ ਆਫ ਇੰਡੀਆ ਤੋਂ ਆਏਗੀ। ਓਕੇ, ਮੀਨਸ ਇਹੀ ਪੁਆਇੰਟ ਹੈ ਕਿ ਉਹ ਸਰਵ ਤਾਂ ਸਟੇਟ ਨੂੰ ਕਰ ਰਹੇ ਨੇ, ਸੋ ਸੈਲਰੀਜ਼ ਵਗੈਰਾ ਤੇ ਕੰਸੋਲੀਡੇਟਿਡ ਫੰਡ ਆਫ ਸਟੇਟ ਤੋਂ ਹੀ ਜਾਣਗੇ। ਜਦੋਂ ਉਹ ਰਿਟਾਇਰ ਹੋ ਜਾਣਗੇ ਨਾ, ਫਿਰ ਨਹੀਂ ਸਟੇਟ ਦੀ ਕੋਈ ਵੀ ਡਿਊਟੀ ਰਹਿੰਦੀ, ਫਿਰ ਜਿਹੜਾ ਸੈਂਟਰਲ ਲੈਵਲ ਦਾ ਫੰਡ ਹੈ ਉਸ ਦੇ ਥਰੂ ਹੀ ਪੈਨਸ਼ਨ ਪੇ ਕੀਤੀ ਜਾਵੇਗੀ। ਅਤੇ ਜਦੋਂ ਉਹ ਰਿਟਾਇਰਡ ਹੋ ਜਾਂਦੇ ਨੇ, ਰਿਟਾਇਰ ਹੋਣ ਤੋਂ ਬਾਅਦ ਉਹ ਕੋਈ ਵੀ ਜੁਡੀਸ਼ੀਅਲ ਪ੍ਰੈਕਟਿਸ ਨਹੀਂ ਕਰ ਸਕਦੇ, ਹੈ ਨਾ। ਬਸ ਉਹੀ ਇੱਕ ਹੈ ਕਿ ਉਹਨਾਂ ਨੂੰ ਬੁਲਾਇਆ ਜਾ ਸਕਦਾ ਸਪੈਸ਼ਲੀ। ਅਤੇ ਤੁਸੀਂ ਸੁਪਰੀਮ ਕੋਰਟ ਦੀ ਜੁਰਿਸਡਿਕਸ਼ਨ ਨੂੰ ਕਰਟੇਲ ਨਹੀਂ ਕਰ ਸਕਦੇ, ਬਸ ਐਕਸਟੈਂਡ ਕਰ ਸਕਦੇ ਹੋ। ਬਹੁਤ ਇੰਪੋਰਟੈਂਟ ਪੁਆਇੰਟ ਹੈ ਕਿ ਕੱਲ੍ਹ ਨੂੰ ਗੌਰਮੈਂਟ ਇਹ ਨਹੀਂ ਕਹਿ ਸਕਦੀ ਕਿ ਜਿਹੜੇ ਵੀ ਸਟੇਟ ਗੌਰਮੈਂਟ ਸੈਂਟਰਲ ਗੌਰਮੈਂਟ ਦੇ ਵਿੱਚ ਵਿਵਾਦ ਹੈ ਜਾਂ ਕੋਈ ਵੀ ਸੈਂਟਰਲ ਗੌਰਮੈਂਟ ਜਿਵੇਂ GST ਰਿਲੇਟਿਡ ਹੈ, ਉਹ ਸੁਪਰੀਮ ਕੋਰਟ ਦੇ ਦਾ ਵਿੱਚ ਕੋਈ ਰੋਲ ਨਹੀਂ ਹੈ, ਸੁਪਰੀਮ ਕੋਰਟ ਕੋਈ ਡਿਸੀਜ਼ਨ ਨਹੀਂ ਲੈ ਸਕਦੀ ਵਗੈਰਾ ਵਗੈਰਾ। ਮਤਲਬ ਇਹ ਚੀਜ਼ ਹੋਈ ਕਿ ਜੁਰਿਸਡਿਕਸ਼ਨ ਜਿਹੜੀ ਹੈ ਸੁਪਰੀਮ ਕੋਰਟ ਦੀ ਪਾਵਰਸ ਨੇ ਉਹਨੂੰ ਕਰਟੇਲ ਕਰਨਾ, ਇਹ ਚੀਜ਼ ਨਹੀਂ ਕੀਤੀ ਜਾ ਸਕਦੀ ਕਿਸੇ ਵੀ ਹਾਲਤ ਵਿੱਚ। ਇਹ ਕੌਨਸਟੀਟਿਊਸ਼ਨ ਦੇ ਵਿੱਚ ਮੈਂਸ਼ਨ ਹੈ ਕਿ ਜੁਰਿਸਡਿਕਸ਼ਨ ਨੂੰ ਕਰਟੇਲ ਨਹੀਂ ਕੀਤਾ ਜਾ ਸਕਦਾ। ਬਸ ਜੇ ਤੁਸੀਂ ਉਹਨਾਂ ਦੀ ਪਾਵਰ ਨੂੰ, ਜੁਰਿਸਡਿਕਸ਼ਨ ਨੂੰ ਐਕਸਟੈਂਡ ਕਰਨਾ ਚਾਹੁੰਦੇ ਹੋ, ਉਹ ਚੀਜ਼ ਕੀਤੀ ਜਾ ਸਕਦੀ ਹੈ। ਫਿਰ ਵਨ ਮੋਰ ਇੰਪੋਰਟੈਂਟ ਪੁਆਇੰਟ ਐਜ਼ ਆਰਟੀਕਲ 50, ਜੋ ਕਿ ਹੈ ਆਪਣਾ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ, ਜਿਹ 'ਚ ਕਿਹਾ ਕਿ ਜੁਡੀਸ਼ਰੀ ਅਤੇ ਐਗਜ਼ੀਕਿਊਟਿਵ ਨੂੰ ਅਲੱਗ ਰੱਖਿਆ ਜਾਵੇ। ਮਤਲਬ ਸਰਕਾਰ ਅਤੇ ਕੋਰਟ ਦਖਲਅੰਦਾਜ਼ੀ ਨਾ ਕਰਨ ਇੱਕ ਦੂਸਰੇ ਦੇ ਕੰਮ ਦੇ ਵਿੱਚ। ਸਪੈਸ਼ਲੀ ਇਹ ਕਿਹਾ ਗਿਆ ਕਿ ਜੁਡੀਸ਼ਰੀ ਨੂੰ ਅਲੱਗ ਕੀਤਾ ਜਾਵੇ ਐਗਜ਼ੀਕਿਊਟਿਵ ਤੋਂ। ਕਿਹਾ ਨਹੀਂ ਕਿ ਜਿਹੜੀ ਗੌਰਮੈਂਟ ਹੈ ਉਹ ਖੁਦ ਦੇ ਹਿਸਾਬ ਨਾਲ ਹੀ ਜੱਜਿਸ ਵਗੈਰਾ ਅਪੋਇੰਟ ਕਰ ਲੈਣ ਜੇ ਵੀ ਉਹਨੂੰ ਪਸੰਦ ਹੈ, ਕਿ ਹੈ ਨਾ, ਇਸ ਤਰ੍ਹਾਂ ਨਹੀਂ ਹੈ। ਸੇਮ ਚੀਜ਼ਾਂ ਹਾਈ ਕੋਰਟ ਦੇ ਜੱਜ ਲਈ ਹੈ।
ਸੈ ਪੁਆਇੰਟ ਯਾਦ ਰੱਖਣਾ ਹੈ। ਕੰਸੋਲੀਡੇਟਿਡ ਫੰਡ ਆਫ ਸਟੇਟ ਤੋਂ ਸੈਲਰੀਜ਼ ਤੇ ਪੈਨਸ਼ਨ ਕੰਸੋਲ। ਫਿਰ ਅਸੀਂ ਦੇਖਦੇ ਹਾਂ ਰਿਮੂਵਲ ਆਫ ਦਾ ਜੱਜਿਸ ਕਿ ਗਰਾਊਂਡਸ ਫॉर ਰਿਮੂਵਲ ਕੀ ਹੈ। ਕੌਨਸਟੀਟਿਊਸ਼ਨ ਦੇ ਵਿੱਚ ਚੀਜ਼ ਮੈਂਸ਼ਨ ਹੈ ਕਿ ਜੇਕਰ ਪ੍ਰੂਵਡ ਮਿਸਬਿਹੇਵੀਅਰ ਹੈ ਦੀ ਵਜ੍ਹਾ ਨਾਲ ਜਾਂ ਇਨਕੈਪੈਸਿਟੀ ਦੀ ਵਜ੍ਹਾ ਨਾਲ ਰਿਮੂਵ ਕੀਤਾ ਜਾ ਸਕਦਾ। ਪਰ ਜਿਹੜਾ ਫੁੱਲ ਫਲੈਜ ਪ੍ਰੋਸੀਜਰ ਹੈ ਉਹ ਗਵਰਨ ਕੀਤਾ ਜਾਂਦਾ ਬਾਈ ਜੱਜਿਸ ਇਨਕੁਆਇਰੀ ਐਕਟ ਆਫ 1968 ਜੋ ਬੋਲਦਾ ਹੈ ਕਿ ਰਿਮੂਵ ਕਰਨ ਦੇ ਲਈ ਪਾਰਲੀਮੈਂਟ ਦੀ ਰეკਮੈਂਡੇਸ਼ਨ ਚਾਹੀਦੀ। ਮੀਨਸ ਰਿਮੂਵ ਕੌਣ ਕਰੇਗਾ? ਪ੍ਰੈਜ਼ੀਡੈਂਟ ਹੀ ਕਰੇਗਾ। ਬਟ ਪ੍ਰੈਜ਼ੀਡੈਂਟ ਖੁਦ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦੇ, ਪਾਰਲੀਮੈਂਟ ਦੀ ਰეკਮੈਂਡੇਸ਼ਨ ਲੈਣੀ ਪਏਗੀ। ਰეკਮੈਂਡੇਸ਼ਨ ਕਿੱਦਾਂ ਹੋਏਗੀ? ਸਪੈਸ਼ਲ ਮੈਜੋਰਿਟੀ ਦੇ ਨਾਲ ਇੱਕ ਰੈਜ਼ੋਲੂਸ਼ਨ ਪਾਸ ਕਰਨਾ ਪਏਗਾ ਕਿ ਹਾਂਜੀ ਅਸੀਂ ਇਸ ਪਰਟੀਕੂਲਰ ਜੱਜ ਨੂੰ ਰਿਮੂਵ ਕਰਨਾ ਚਾਹੁੰਦੇ ਹਾਂ। ਬਟ ਫਿਲਹਾਲ ਅੱਜ ਤੱਕ ਕੋਈ ਵੀ ਸੁਪਰੀਮ ਕੋਰਟ ਤੇ ਹਾਈ ਕੋਰਟ ਦਾ ਜੱਜ ਇੰਪੀਚ ਨਹੀਂ ਹੋਇਆ ਹੈਗਾ। ਅਤੇ ਅਸੀਂ ਦੇਖਦੇ ਹਾਂ ਪ੍ਰੋਸੀਜਰ ਜੱਜਿਸ ਇਨਕੁਆਇਰੀ ਐਕਟ ਦੇ ਅਕੋਰਡਿੰਗ। ਫਸਟ ਆਫ ਆਲ ਤੁਸੀਂ ਇੱਕ ਰਿਮੂਵਲ ਮੋਸ਼ਨ ਪਾਸ ਕਰੋਗੇ। ਜੇ ਤੁਸੀਂ ਰਿਮੂਵਲ ਮੋਸ਼ਨ ਲੋਕ ਸਭਾ ਵਿੱਚ ਪਾਸ ਕਰ ਰਹੇ ਹੋ ਦੈਨ ਐਟਲੀਸਟ 100 ਮੈਂਬਰ ਉਹ ਮੋਸ਼ਨ ਨੂੰ ਸਾਈਨ ਕਰਨ। ਜੇਕਰ ਤੁਸੀਂ ਰਾਜ ਸਭਾ ਵਿੱਚ ਕਰ ਰਹੇ ਹੋ 50 ਮੈਂਬਰ ਸਾਈਨ ਕਰਨੇ ਚਾਹੀਦੇ ਨੇ। ਦੈਨ ਸੈਕਿੰਡ ਸਟੈਪ ਹੈ ਜਾਂ ਸੈਕਿੰਡ ਕੰਡੀਸ਼ਨ ਹੈ ਫਿਰ ਸਪੀਕਰ ਆਫ ਲੋਕ ਸਭਾ ਜਾਂ ਚੇਅਰਮੈਨ ਆਫ ਰਾਜ ਸਭਾ ਜਿੱਥੇ ਵੀ ਤੁਸੀਂ ਇੰਟਰੋਡਿਊਸ ਕੀਤਾ ਹੈ ਰਿਮੂਵਲ ਮੋਸ਼ਨ ਉਹ ਐਕਸੈਪਟ ਵੀ ਕਰ ਸਕਦੇ ਆ, ਰਿਜੈਕਟ ਵੀ ਕਰ ਸਕਦੇ ਆ। ਇਹ ਚੋਇਸ ਆ ਉਹਨਾਂ ਦੀ। ਜੇਕਰ ਉਹ ਐਕਸੈਪਟ ਕਰ ਲੈਂਦੇ ਆ ਫਿਰ ਇੱਕ 3 ਮੈਂਬਰ ਕਮੇਟੀ ਬਣਾਈ ਜਾਏਗੀ ਜੋ ਕਿ ਇਹ ਚਾਰਜਿਸ ਨੂੰ ਇਨਵੈਸਟੀਗੇਟ ਕਰਨਗੇ। ਜੇਕਰ ਉਹ ਗਿਲਟੀ ਪਾਏ ਗਏ ਅਤੇ ਫਿਰ ਸਪੈਸ਼ਲ ਮੈਜੋਰਿਟੀ ਦੇ ਨਾਲ ਰੈਜ਼ੋਲੂਸ਼ਨ ਪਾਸ ਕਰਕੇ ਪ੍ਰੈਜ਼ੀਡੈਂਟ ਫਾਈਨਲ ਆਰਡਰ ਪਾਸ ਕਰ ਦੂੰਗਾ। ਮੀਨਸ ਸਟੈਪ ਸਿੰਪਲੀ ਅਸੀਂ ਦੇਖਦੇ ਹਾਂ। ਸਭ ਤੋਂ ਪਹਿਲੇ ਜਿਵੇਂ 100 ਕੇ ਮੈਂਬਰਸ ਹੈ ਲੋਕ ਸਭਾ, ਉਹਨਾਂ ਨੇ ਡਿਸਾਈਡ ਕੀਤਾ ਜਾਂ ਪਹਿਲਾਂ ਕੁਛ ਮੈਂਬਰ ਆਫ ਪਾਰਲੀਮੈਂਟ ਨੇ ਸੋਚਿਆ ਕਿ ਹਾਂ ਇਹ ਜੱਜ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ ਆ, ਸਾਨੂੰ ਰਿਮੂਵ ਕਰਨਾ ਚਾਹੀਦਾ। ਉਹ ਕੀ ਕਰਨਗੇ? ਜਾ ਕੇ 100 ਬੰਦਿਆਂ ਨਾਲ ਗੱਲ ਕਰਨਗੇ, 100 ਬੰਦਿਆਂ ਦੀ ਮਨਜ਼ੂਰੀ ਲੈ ਕੇ ਇੱਕ ਰਿਮੂਵਲ ਮੋਸ਼ਨ ਪਾਸ ਕਰ ਦੇਣਗੇ ਸਾइन करवा के 100 ਮੈਂਬਰਸ को। जो राज्य सभा ਵਿੱਚ ਹੈ 50 ਮੈਂਬਰਸ को। ਫਿਰ ਉਹ ਇਹਨੂੰ ਰਿਮੂਵਲ ਮੋਸ਼ਨ ਨੂੰ ਦੇ ਦੇਣਗੇ ਟੂ ਦੀ ਸਪੀਕਰ ਆਫ ਲੋਕ ਸਭਾ ਜਾਂ ਰਾਜ ਸਭਾ ਦੇ ਚੇਅਰਮੈਨ। ਅਤੇ ਫਿਰ ਸਪੀਕਰ ਦੇਖਣਗੇ ਕਿ ਹਾਂ ਮੈਂ ਚਲੋ ਇਹਨੂੰ ਐਕਸੈਪਟ ਕਰ ਲੈਂਦਾ ਕਿ ਹਾਂਜੀ ਮੇਰਾ ਵੀ ਇਹੀ ਓਪੀਨੀਅਨ ਹੈ, ਬਟ ਉਹ ਇਸਨੂੰ ਰਿਜੈਕਟ ਵੀ ਕਰ ਸਕਦੇ ਆ। ਜੇਕਰ ਉਹਨਾਂ ਨੇ ਐਕਸੈਪਟ ਲਿਆ ਕਰ ਫਿਰ ਉਹ ਕੀ ਕਰਨਗੇ ਕਿ ਪਹਿਲੇ 3 ਮੈਂਬਰ ਕਮੇਟੀ ਬਿਠਾਉਣਗੇ ਕਿਉਂਕਿ ਮੈਂਬਰ ਆਫ ਪਾਰਲੀਮੈਂਟ ਕੋਰਟ ਵਿੱਚ ਕੰਮ ਨਹੀਂ ਕਰਦੇ, ਉਹਨਾਂ ਨੂੰ ਨਹੀਂ ਪਤਾ ਉਹ ਸਿੱਧਾ ਕਿੱਦਾਂ ਕਹਿ ਦੇਣਗੇ ਹਾਂ ਰਿਮੂਵ ਕਰ ਦਿਓ। ਪਹਿਲਾਂ ਇੱਕ ਇਨਕੁਆਇਰੀ ਕਮੇਟੀ ਬਿਠਾਈ ਜਾਏਗੀ 3 ਮੈਂਬਰ ਦੀ ਕਮੇਟੀ। ਫਿਰ ਉਹ ਦੱਸਣਗੇ ਕਿ ਚਾਰਜਿਸ ਨੇ। ਫਿਰ ਜਿਹੜਾ ਹਾਊਸ ਹੈ ਲੋਕ ਸਭਾ ਰਾਜ ਸਭਾ ਨੂੰ ਵੋਟ ਪਾਉਣ ਲਈ ਦਿੱਤਾ ਜਾਏਗਾ ਜੇਕਰ ਸਪੈਸ਼ਲ ਮੈਜੋਰਿਟੀ ਨਾਲ ਪਾਸ ਹੋ ਗਏ। ਇੱਥੇ ਸਪੈਸ਼ਲ ਮੈਜੋਰਿਟੀ ਕੀ ਹੈ? 2/3 ਆਫ ਦਾ ਮੈਂਬਰ ਪ੍ਰੈਜ਼ੈਂਟ ਐਂਡ ਵੋਟਿੰਗ। ਜਿਹੜੇ ਬੰਦੇ ਉਸ ਟਾਈਮ ਬੈਠੇ ਆ ਵੋਟ ਕਰ ਰਹੇ ਆ 2/3 ਹੋਣੇ ਚਾਹੀਦੇ ਨੇ ਸਾਈਨ ਕਰਨ ਵਾਲੇ, ਹਾਂ ਕਰਨ ਵਾਲੇ, ਪਲੱਸ 50% ਆਫ ਦੀ ਟੋਟਲ ਮੈਂਬਰਸ਼ਿਪ। ਜਿੰਨੇ ਵੀ ਹਾਊਸ ਦੀ ਮੈਂਬਰਸ਼ਿਪ ਹੈ 50% ਉਹ ਬੰਦੇ ਹੋਣ। ਜਿਵੇਂ ਸਾਡੇ ਹੈ ਲੋਕ ਸਭਾ ਵਿੱਚ 545 ਦਾ ਹਾਫ ਕਰ ਲਓ, ਬਟ ਸਾਰੇ ਥੋੜ੍ਹੀ ਮੌਜੂਦ ਹੈ 400 ਮੌਜੂਦ ਹੈ ਉਹਦਾ 2/3 ਕਰ ਲਓ। ਆਹ ਦੋਨੋਂ ਮਿਲਾ ਕੇ ਜੇਕਰ ਹਾਂ ਹੁੰਦੀ ਆ ਅਤੇ ਫਿਰ ਰਿਮੂਵ ਕਰ ਦਿੱਤਾ ਜਾਏਗਾ ਕਿਸ ਨੂੰ? ਸੁਪਰੀਮ ਕੋਰਟ ਦੇ ਜੱਜ ਨੂੰ। ਸੇਮ ਗੋਜ਼ ਫੋਰ ਦਾ ਹਾਈ ਕੋਰਟ ਜੱਜ। ਫਿਰ ਅਸੀਂ ਸੁਪਰੀਮ ਕੋਰਟ ਦੀ ਜੂਰਿਸਡਿਕਸ਼ਨ ਗੱਲ ਕਰਦੇ ਹਾਂ। 2 ਤਰ੍ਹਾਂ ਦੀ ਜੂਰਿਸਡਿਕਸ਼ਨ ਹੈ। ਫਸਟ ਅਸੀਂ ਦੇਖਾਂਗੇ ਸੁਪਰੀਮ ਕੋਰਟ ਦੀ ਓਰੀਜਨਲ ਜੂਰਿਸਡਿਕਸ਼ਨ। ਓਰੀਜਨਲ ਦਾ ਮਤਲਬ ਹੈ ਉਹ ਮਾਮਲੇ, ਉਹ ਕੇਸਿਸ ਜਿਨ੍ਹਾਂ ਲਈ ਤੁਸੀਂ ਡਾਇਰੈਕਟ ਸੁਪਰੀਮ ਕੋਰਟ ਜਾ ਸਕਦੇ ਹੋ। ਤੁਹਾਨੂੰ ਹਾਈ ਕੋਰਟ ਜਾਣ ਦੀ, ਡਿਸਟ੍ਰਿਕਟ ਕੋਰਟ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ। ਯੂ ਕੈਨ
ਅਪਰੋਚ ਸੁਪਰੀਮ ਕੋਰਟ ਡਾਇਰੈਕਟਲੀ। ਅਤੇ ਇਹ ਸਾਡੇ ਕੌਨਸਟੀਟਿਊਸ਼ਨ ਦੇ ਆਰਟੀਕਲ 131 ਵਿੱਚ ਮੈਨਸ਼ਨ ਹੈਗਾ। ਕੀ ਬੋਲਦੇ, ਜੇਕਰ ਸਟੇਟ ਅਤੇ ਸੈਂਟਰ ਵਿੱਚ ਡਿਸਪਿਊਟ ਹੈ, ਜੇਕਰ ਸਟੇਟਸ ਦੇ ਆਪਸ ਵਿੱਚ ਡਿਸਪਿਊਟ ਹੈ, ਜਿਵੇਂ ਪੰਜਾਬ ਅਤੇ ਹਰਿਆਣਾ ਦਾ ਡਿਸਪਿਊਟ ਚੱਲ ਰਿਹਾ, ਕਈ ਚੀਜ਼ਾਂ ਤੋਂ ਡਿਸਪਿਊਟ ਹੈ, ਤੁਸੀਂ ਡਾਇਰੈਕਟ ਸੁਪਰੀਮ ਕੋਰਟ ਜਾ ਸਕਦੇ ਹੋ। ਫਿਰ ਸੈਂਟਰ ਅਤੇ ਸਟੇਟ ਵਨ ਸਾਈਡ 'ਤੇ ਹੈ, ਕੋਈ ਹੋਰ ਸਟੇਟ ਦੂਸਰੀ ਸਾਈਡ 'ਤੇ, ਠੀਕ ਹੈ। ਇਹ ਸਾਰੇ ਨੇ ਓਰੀਜਨਲ ਜੂਰਿਸਡਿਕਸ਼ਨ। ਪਰ ਕੰਡੀਸ਼ਨਸ ਕੀ ਹੈ ਕਿ ਜੇ ਤੁਸੀਂ ਕੋਈ ਵੀ ਇਸ ਤਰ੍ਹਾਂ ਦਾ ਕੇਸ ਹੈ ਕਿ ਹਾਂ ਸੈਂਟਰ 'ਚ BJP ਹੈ, ਸਟੇਟ ਵਿੱਚ ਕਾਂਗਰਸ ਹੈ ਨਾ, ਇਹ ਇਹਨਾਂ ਦਾ ਕੁਛ ਬਣ ਨਹੀਂ ਰਿਹਾ, ਮਤਲਬ ਆਪਸ 'ਚ ਕੋਈ ਪਲਾਨ ਕਿੱਦਾਂ ਸਟੇਟ ਡਿਵੈਲਪਮੈਂਟ ਜਾਂ ਕੋਈ ਵੀ ਜਿਹੜੀ ਪੋਲੀਟੀਕਲ ਕੁਐਸਚਨ ਹੈ, ਸੁਪਰੀਮ ਕੋਰਟ ਜਨਰਲੀ ਉਸਨੂੰ ਅਵੋਇਡ ਕਰਦਾ ਹੈ। ਜਿਹੜੀ ਚੀਜ਼ ਨੂੰ ਪੋਲੀਟੀਕਲ ਰੰਗ ਦਿੱਤਾ ਜਾਵੇ ਜਾਂ ਪੋਲੀਟੀਕਲ ਚੀਜ਼ ਦੀ ਵਜ੍ਹਾ ਨਾਲ ਹੋਵੇ, ਅਤੇ ਜਿਹੜਾ ਡਿਸਪਿਊਟ ਹੈ ਇਟ ਮਸਟ ਇਨਵੋਲਵ ਏ ਲੀਗਲ ਰਾਈਟ। ਮੋਸਟ ਇੰਪੋਰਟੈਂਟ ਥਿੰਗ ਕਿ ਸਿਰਫ ਇਹ ਡਿਸਪਿਊਟਸ ਸੈਂਟਰਲ ਗੌਰਮੈਂਟ ਸਟੇਟ ਗੌਰਮੈਂਟ ਲੈ ਕੇ ਆ ਸਕਦੀ ਹੈ, ਇੱਕ ਪ੍ਰਾਈਵੇਟ ਸਿਟੀਜ਼ਨ ਨਹੀਂ ਲੈ ਕੇ ਆ ਸਕਦਾ ਕਿ ਹਾਂਜੀ ਇਹ ਸਟੇਟ ਦੇ ਅਗੇਂਸਟ ਕੇਸ ਕਰਨਾ ਚਾਹੁੰਦਾ ਹੈ, ਸਟੇਟ ਨੇ ਮੇਰੀ ਜ਼ਮੀਨ ਲੈ ਲਈ ਹੈ, ਸਟੇਟ ਨੇ ਇਹ ਕਰ ਲਿਆ। ਉਹ ਸਭ ਓਰੀਜਨਲ ਜੂਰਿਸਡਿਕਸ਼ਨ ਦੇ ਅੰਡਰ ਨਹੀਂ ਆਉਂਦਾ। ਪ੍ਰਾਈਵੇਟ ਸਿਟੀਜ਼ਨ ਸੂਟ ਮਤਲਬ ਕੇਸ ਨਹੀਂ ਫਾਈਲ ਕਰ ਸਕਦੇ। ਇਹ ਇਹਦੀਆਂ ਕੁਛ ਐਕਸਕਲੂਜਨ ਨੇ, ਉਹ ਹੈ ਪ੍ਰੀ ਕੌਨਸਟੀਟਿਊਸ਼ਨਲ ਟਰੀਟੀਜ਼ ਔਰ ਐਗਰੀਮੈਂਟਸ। ਜਿਹੜੀ ਵੀ ਕੌਨਸਟੀਟਿਊਸ਼ਨ ਦੇ ਬਣਨ ਤੋਂ ਪਹਿਲਾਂ ਬ੍ਰਿਟਿਸ਼ ਦੇ ਜ਼ਮਾਨੇ ਦੀਆਂ ਕੁਛ ਟਰੀਟੀਜ਼ ਹੈ, ਠੀਕ ਹੈ, ਉਹ ਸਭ ਨੂੰ ਲੈ ਕੇ ਤੁਸੀਂ ਨਹੀਂ ਜਾ ਸਕਦੇ ਕੋਰਟ ਵਿੱਚ। ਫਿਰ ਹੈਗਾ ਆਪਣਾ ਇੰਟਰਸਟੇਟ ਵਾਟਰ ਡਿਸਪਿਊਟ, ਸਪੈਸ਼ਲੀ ਕੌਨਸਟੀਟਿਊਸ਼ਨ ਦੇ ਵਿੱਚ ਮੈਨਸ਼ਨ ਹੈ ਆਰਟੀਕਲ 262 ਕਿ ਤੁਸੀਂ ਸੁਪਰੀਮ ਕੋਰਟ ਨਹੀਂ ਜਾਓਗੇ ਜੇ ਸਟੇਟ ਦੇ ਵਿੱਚ ਰਿਵਰ ਦਾ ਡਿਸਪਿਊਟ ਹੈ, ਭਾਵੇਂ ਕਿਸੇ ਹੋਰ ਤਰੀਕੇ ਨਾਲ ਚੱਲ ਜਾਂਦੇ ਨੇ, ਬਟ ਮੈਨਸ਼ਨ ਕੀਤਾ ਗਿਆ ਤੁਸੀਂ ਓਰੀਜਨਲ ਜੂਰਿਸਡਿਕਸ਼ਨ ਥਰੂ ਨਹੀਂ ਜਾ ਸਕਦੇ ਹੋ, ਠੀਕ ਹੈ। ਫਿਰ ਫਾਈਨੈਂਸ਼ੀਅਲ ਐਡਜਸਟਮੈਂਟਸ ਕੁਛ ਕਰਨੀ ਹੋਏ ਸੈਂਟਰ ਸਟੇਟਸ ਦੇ ਵਿੱਚ, ਕੋਈ ਸੈਂਟਰ ਦੇ ਸਟੇਟ ਦੇ ਵਿੱਚ ਕਮਰਸ਼ੀਅਲ ਡਿਸਪਿਊਟ, ਕੋਈ ਪ੍ਰੋਪਰਟੀ ਦਾ, ਪੈਸੇ ਦਾ, ਰਿਕਵਰੀ ਆਫ ਡੈਮੇਜਿਸ, ਇਹ ਸਭ ਲਈ ਵੀ ਤੁਸੀਂ ਨਹੀਂ ਜਾ ਸਕਦੇ। ਮੇਨ ਇਹ 3 ਨੇ, ਠੀਕ ਹੈ, ਜਿਹਨਾਂ ਲਈ ਜਾ ਸਕਦੇ ਆ, ਬਟ ਕੀ ਵਿੱਚ ਐਕਸਕਲੂਜਨ ਹੈ ਪ੍ਰੀ ਕੌਨਸਟੀਟਿਊਸ਼ਨਲ ਟਰੀਟੀਜ਼ ਔਰ ਐਗਰੀਮੈਂਟਸ, ਇੰਟਰ ਸਟੇਟ ਵਾਟਰ ਡਿਸਪਿਊਟ, ਫਾਈਨੈਂਸ਼ੀਅਲ ਐਡਜਸਟਮੈਂਟ, ਕਮਰਸ਼ੀਅਲ ਡਿਸਪਿਊਟ ਗਿਆ ਕੋਈ ਹੋ ਵਗੈਰਾ ਵਗੈਰਾ ਨਹੀਂ ਜਾ ਸਕਦੇ। ਸਭ ਤੋਂ ਪਹਿਲਾ ਸੂਟ ਤੁਹਾਡੇ ਕੋਲ ਪੁੱਛਿਆ ਜਾ ਸਕਦਾ, ਫਸਟ ਕੇਸ ਜਿਹੜਾ ਓਰੀਜਨਲ ਜੂਰਿਸਡਿਕਸ਼ਨ ਦੇ ਅੰਡਰ ਆਇਆ ਉਹ ਸੀਗਾ ਵੈਸਟ ਬੰਗਾਲ ਵਰਸੀ ਸੈਂਟਰਲ ਗੌਰਮੈਂਟ 1961 ਵਿੱਚ। ਫਿਰ ਅਸੀਂ ਦੇਖਦੇ ਹਾਂ ਹਾਈ ਕੋਰਟ ਦੀ ਜੂਰਿਸਡਿਕਸ਼ਨ, ਮੀਨਸ ਕਿਹੜੇ ਮਾਮਲਿਆਂ ਵਿੱਚ ਤੁਸੀਂ ਡਾਇਰੈਕਟ ਹਾਈ ਕੋਰਟ ਅਪਰੋਚ ਕਰ ਸਕਦੇ ਹੋ, ਤੁਹਾਨੂੰ ਜ਼ਿਲ੍ਹੇ ਦੇ ਕੋਰਟ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ। ਫਸਟ ਹੈ ਕਿ ਸਟੇਟ ਲੈਜਿਸਲੇਚਰ ਦੇ ਇਲੈਕਸ਼ਨ ਜਾਂ ਪਾਰਲੀਮੈਂਟ ਦੇ ਇਲੈਕਸ਼ਨ ਦਾ ਕੋਈ ਡਿਸਪਿਊਟ ਹੁੰਦਾ ਹੈ ਅਤੇ ਉਸ ਡਿਸਪਿਊਟ ਲਈ ਤੁਸੀਂ ਡਾਇਰੈਕਟਲੀ ਹਾਈ ਕੋਰਟ ਜਾਓਗੇ। ਕੋਈ ਰੈਵਨਿਊ ਰਿਲੇਟਿਡ ਮੈਟਰ ਹੈ, ਫੰਡਾਮੈਂਟਲ ਰਾਈਟਸ ਨੂੰ ਵੀ ਇਨਫੋਰਸ ਕਰਨਾ, ਤੁਹਾਡੇ ਕੋਲ 2 ਨੇ ਆਪਸ਼ਨਸ, ਜਾਂ ਸੁਪਰੀਮ ਕੋਰਟ ਜਾਓ ਜਾਂ ਹਾਈ ਕੋਰਟ ਜਾਓ। ਮੇਨ ਜਦੋਂ ਤੁਸੀਂ ਡਾਇਰੈਕਟ ਜਾ ਸਕਦੇ ਹੋ, ਤੁਸੀਂ ਫਸਟ ਸਟੈਪ ਦੇ ਉੱਤੇ ਕੇਸ ਫਾਈਲ ਕਰ ਸਕਦੇ ਹੋ, ਉਸ ਨੂੰ ਅਸੀਂ ਬੋਲਦੇ ਹਾਂ ਓਰੀਜਨਲ ਜੂਰਿਸਡਿਕਸ਼ਨ। ਜਿਵੇਂ ਇੱਥੇ ਕਿ ਫੰਡਾਮੈਂਟਲ ਰਾਈਟਸ ਲਈ ਤੁਸੀਂ ਸੁਪਰੀਮ ਕੋਰਟ ਵੀ ਜਾ ਸਕਦੇ ਹੋ, ਹਾਈ ਕੋਰਟ ਵੀ ਜਾ ਸਕਦੇ ਹੋ। ਫਿਰ ਸਬ ਓਰਡੀਨੇਟ ਕੋਰਟ, ਦੈਟ ਇਜ਼ ਜ਼ਿਲ੍ਹੇ ਵਾਲੇ ਕੋਰਟ ਕੋਲ ਕੋਈ ਇਹੋ ਜਿਹਾ ਕੇਸ ਆਇਆ ਜਿਹਦੇ ਵਿੱਚ ਕੌਨਸਟੀਟਿਊਸ਼ਨ ਨੂੰ ਇੰਟਰਪ੍ਰੈਟ ਕਰਨ ਦੀ ਜ਼ਰੂਰਤ ਹੈ, ਉਹ ਕੇਸ ਵੀ ਡਾਇਰੈਕਟ ਹਾਈ ਕੋਰਟ ਕੋਲ ਜਾ ਸਕਦਾ ਹੈ, ਠੀਕ ਹੈ। ਮਤਲਬ ਕੋਈ ਕੇਸ ਹੈ, ਉਹ ਗਿਆ ਜ਼ਿਲ੍ਹੇ ਦੇ ਕੋਰਟ ਵਿੱਚ ਅਤੇ ਦੇਖਿਆ ਗਿਆ ਜਿਹੜੇ ਵੀ ਇਹ ਕੇਸ 'ਚ ਚੀਜ਼ਾਂ ਸਾਨੂੰ ਕੌਨਸਟੀਟਿਊਸ਼ਨ ਨੂੰ ਇੰਟਰਪ੍ਰੈਟ ਕਰਨੇ ਪੈਣਾ, ਅਤੇ ਉਹ ਕੇਸ ਫਿਰ ਭੇਜ ਦੇਣਗੇ ਹਾਈ ਕੋਰਟ। ਦੈਨ ਹੈ ਓਰੀਜਨਲ ਸਿਵਲ ਜੂਰਿਸਡਿਕਸ਼ਨ, ਜਿਵੇਂ ਹੋਰ ਕੇਸਿਸ ਹੈ ਕੋਈ, ਜਿਵੇਂ ਕੁਛ ਹਾਈ ਵੈਲਿਊ ਸਿਵਲ ਕੇਸਿਸ ਹੋਣਗੇ, ਜਿਵੇਂ ਕਿ ਕੋਈ ਕੇਸ ਹੈ ਜਿਵੇਂ 10,000 ਰੁਪਏ ਦਾ ਕੋਈ ਕੇਸ ਪੈ ਗਿਆ, 20,000 ਦਾ ਪੈ ਗਿਆ, ਇਹ ਸਭ ਜ਼ਿਆਦਾਤਰ ਜ਼ਿਲ੍ਹੇ ਕੋਰਟ ਵਿੱਚ ਜਾਂਦੇ ਆ। ਬਟ ਕੁਛ ਇਹ ਤੋਂ ਹਾਈ ਵੈਲਿਊ ਕੇਸਿਸ ਹੋਣ, ਜਿੱਥੇ ਕੋਈ ਵੱਡੀ ਚੀਜ਼ਾਂ ਇਨਵੋਲਵ ਹੋਣ, ਅਤੇ ਉਹਦੇ ਲਈ ਵੀ ਓਰੀਜਨਲ
ਜੂਰਿਸਡਿਕਸ਼ਨ ਹੈ, ਪਰ ਸਿਰਫ ਕਿਹਦੇ ਕੋਲ? ਕੈਲਕਟਾ, ਬੋਂਬੇ, ਮਦਰਾਸ ਤੇ ਦਿੱਲੀ ਦੇ ਹਾਈ ਕੋਰਟ। ਮੀਨਸ ਸਾਰੇ ਹਾਈ ਕੋਰਟਸ ਕੋਲ ਨਹੀਂ ਹੈ ਕਿ ਪਹਿਲਾਂ ਤੁਹਾਨੂੰ ਜ਼ਿਲ੍ਹੇ ਕੋਰਟ ਵਿੱਚ ਹੀ ਜਾਣਾ ਪਏਗਾ ਉਹ ਸਟੇਟਸ 'ਤੇ, ਫਿਰ ਤੁਸੀਂ ਹਾਈ ਕੋਰਟ ਜਾਓਗੇ। ਬਟ ਕੁਛ ਹਾਈ ਵੈਲਿਊ ਕੇਸਿਸ ਦੇ ਵਿੱਚ ਤੁਸੀਂ ਡਾਇਰੈਕਟ ਕੈਲਕਟਾ, ਬੋਂਬੇ, ਮਦਰਾਸ ਤੇ ਦਿੱਲੀ ਦੇ ਹਾਈ ਕੋਰਟ ਵਿੱਚ ਜਾ ਸਕਦੇ ਹੋ। ਜਿਹੜੇ ਇਹ ਸਟੇਟਸ ਦੇ ਜ਼ਿਲ੍ਹੇ ਵਾਲੇ ਕੋਰਟ ਤੁਹਾਨੂੰ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ, ਠੀਕ ਹੈ। ਅਤੇ ਇਹ ਸਿਰਫ ਜ਼ਿਆਦਾ ਤੱਕ ਹੋ ਸਕਦੇ ਆ ਸਿਰਫ ਸਿਵਲ ਮਾਮਲਿਆਂ ਵਿੱਚ, ਕ੍ਰਿਮੀਨਲ ਮਾਮਲਿਆਂ ਵਿੱਚ ਨਹੀਂ ਹੈ। ਕ੍ਰਿਮੀਨਲ ਜੂਰਿਸਡਿਕਸ਼ਨ ਵੀ ਸੀਗੀ ਇਹ ਕੋਰਟਸ ਕੋਲ, ਬਟ ਇਹ 1973 ਵਿੱਚ ਅਬੋਲਿਸ਼ ਕਰ ਦਿੱਤੀ ਗਈ। ਹੁਣ ਐਟ ਪ੍ਰੈਜ਼ੈਂਟ ਸਿਰਫ ਹਾਈ ਕੋਰਟ ਕੋਲ ਹੀ ਸਿਰਫ ਸਿਵਲ ਜੂਰਿਸਡਿਕਸ਼ਨ ਹੀ ਹੈਗੀ ਹੈ, ਠੀਕ ਹੈ। ਫਿਰ ਅਸੀਂ ਦੇਖਦੇ ਹਾਂ ਅਪੀਲੇਟ ਜੂਰਿਸਡਿਕਸ਼ਨ। ਪਹਿਲੇ ਅਸੀਂ ਦੇਖੀ ਸੀ ਓਰੀਜਨਲ ਜੂਰਿਸਡਿਕਸ਼ਨ। ਵਾਟ ਇਜ਼ ਅਪੀਲੇਟ ਜੂਰਿਸਡਿਕਸ਼ਨ? ਜਦੋਂ ਤੁਸੀਂ ਸੁਪਰੀਮ ਕੋਰਟ ਵਿੱਚ ਕੁਛ ਅਪੀਲ ਕਰਦੇ ਹੋ, ਹਾਈ ਕੋਰਟ ਦੇ ਵਿੱਚ ਕੋਈ ਅਪੀਲ ਕਰਦੇ ਹੋ ਕਿ ਤੁਹਾਨੂੰ ਡਿਸਟ੍ਰਿਕਟ ਕੋਰਟ ਦਾ ਡਿਸੀਜ਼ਨ ਤੁਹਾਨੂੰ ਗਲਤ ਲੱਗਦਾ, ਤੁਸੀਂ ਹਾਈ ਕੋਰਟ ਕੋਲ ਜਾਓਗੇ। ਹਾਈ ਕੋਰਟ ਦਾ ਗਲਤ ਲੱਗਦਾ, ਯੂ ਕੈਨ ਗੋ ਟੂ ਸੁਪਰੀਮ ਕੋਰਟ। ਇਹ ਸਭ ਨੂੰ ਬੋਲਦੇ ਆ ਅਪੀਲੇਟ ਜੂਰਿਸਡਿਕਸ਼ਨ। ਹੁਣ ਅਪੀਲੇਟ ਜੂਰਿਸਡਿਕਸ਼ਨ ਕਿੱਥੇ ਕਿੱਥੇ ਆ? ਪਹਿਲੇ ਆ ਇਹ 3 ਆਰਟੀਕਲਸ ਵਿੱਚ ਮੈਂਸ਼ਨ ਹੈ। ਜਿਵੇਂ ਓਰੀਜਨਲ ਸੀ ਆਰਟੀਕਲ 131 ਅਤੇ ਅਪੀਲੇਟ ਹੈ ਇਨ ਆਰਟੀਕਲ 132 ਜਿਹਦੇ 'ਚ ਬੋਲਦੇ ਆ ਕੋਈ ਵੀ ਮੈਟਰ ਜਿਹਦੇ 'ਚ ਕੌਨਸਟੀਟਿਊਸ਼ਨਲ ਕੁਐਸਚਨ ਇਨਵੋਲਵ ਹੋਏ, ਠੀਕ ਹੈ। ਅਤੇ ਸੁਪਰੀਮ ਕੋਰਟ ਨੇ ਜਜਮੈਂਟ ਦੇ ਦਿੱਤੀ ਵੀ ਸੁਪਰੀਮ ਕੋਰਟ ਤਾਂ ਦੇ ਸਕਦਾ ਕੌਨਸਟੀਟਿਊਸ਼ਨਲ ਕੁਐਸਚਨ। ਅਸੀਂ ਹੁਣੇ ਰੀਡ ਕੀਤਾ ਕਿ ਜ਼ਿਲ੍ਹਾ ਕੋਰਟ ਨਹੀਂ ਦੇਗਾ, ਉਹ ਕੇਸ ਟ੍ਰਾਂਸਫਰ ਕਰ ਦੇਗਾ ਟੂ ਦੀ ਹਾਈ ਕੋਰਟ। ਬਟ ਹਾਈ ਕੋਰਟ ਦੀ ਜਜਮੈਂਟ ਜੇ ਤੁਹਾਨੂੰ ਪਸੰਦ ਨਹੀਂ ਆ, ਜਾਂ ਤੁਸੀਂ ਸੁਪਰੀਮ ਕੋਰਟ 'ਤੇ ਅਪੀਲ ਕਰ ਸਕਦੇ ਹੋ ਜੇਕਰ ਉਹ ਕੌਨਸਟੀਟਿਊਸ਼ਨਲ ਕੁਐਸਚਨ ਇਨਵੋਲਵਡ ਹੈ ਉਹ ਕੇਸ ਵਿੱਚ। ਹੋਰ ਜਿਹੜੇ ਸਿਵਲ ਕੇਸ ਹੈ, ਕ੍ਰਿਮੀਨਲ ਕੇਸ ਹੈ, ਤੁਸੀਂ ਅਪੀਲ ਕਰ ਸਕਦੇ ਹੋ, ਬਟ ਤੁਹਾਨੂੰ ਹਾਈ ਕੋਰਟ ਦੀ ਸਰਟੀਫਿਕੇਸ਼ਨ ਦੀ ਜ਼ਰੂਰਤ ਹੈ। ਮੀਨਸ ਕੌਨਸਟੀਟਿਊਸ਼ਨਲ ਮੈਟਰਸ ਦੇ ਵਿੱਚ ਤੁਹਾਨੂੰ ਹਾਈ ਕੋਰਟ ਕੋਲ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਜਿਹੜੇ ਸਿਵਲ ਅਤੇ ਕ੍ਰਿਮੀਨਲ ਵਿੱਚ ਯੂ ਹੈਵ ਟੂ ਟੇਕ ਪਰਮਿਸ਼ਨ ਔਰ ਸਰਟੀਫਿਕੇਟ ਆਫ ਹਾਈ ਕੋਰਟ ਡੈਟ ਅਸੀਂ ਅਪੀਲ ਕਰ ਰਹੇ ਹਾਂ ਸੁਪਰੀਮ ਕੋਰਟ। ਕਿਉਂਕਿ ਸੁਪਰੀਮ ਕੋਰਟ ਸਾਰੇ ਜੋ ਹਾਈ ਕੋਰਟ ਦੇ ਕਿੰਨੇ ਕੇਸਿਸ ਹੈ ਸਾਰੇ ਲੋਕ ਅਪੀਲ ਕਰਨਗੇ, ਫਿਰ ਤਾਂ ਬਹੁਤ ਜ਼ਿਆਦਾ ਬਰਡਨ ਹੋਏਗਾ। ਸੋ ਹਾਈ ਕੋਰਟ ਕੋਲ ਸਰਟੀਫਿਕੇਟ ਲੈਣਾ ਪਏਗਾ। ਅਤੇ ਜੇ ਅਸੀਂ ਹਾਈ ਕੋਰਟ ਦੀ ਅਪੀਲੇਟ ਜੂਰਿਸਡਿਕਸ਼ਨ ਦੀ ਗੱਲ ਕਰੀਏ ਤਾਂ ਉਹੀ ਹੈ ਕਿ ਹਾਈ ਕੋਰਟ ਦੀ ਜਿਹੜੀ ਅਪੀਲੇਟ ਜੂਰਿਸਡਿਕਸ਼ਨ ਹੈ ਉਹ ਓਰੀਜਨਲ ਨਾਲੋਂ ਜ਼ਿਆਦਾ ਹੈ, ਕਿਉਂਕਿ ਅਸੀਂ ਦੇਖਦੇ ਸਿਰਫ ਕੁਛ ਹੀ ਮਾਮਲੇ ਆ ਜੋ ਕਿ ਡਾਇਰੈਕਟ ਹਾਈ ਕੋਰਟ ਜਾਂਦੇ ਆ, ਜ਼ਿਆਦਾਤਰ ਜ਼ਿਲ੍ਹੇ ਕੋਰਟ ਤੋਂ ਹੀ ਜਾਂਦੇ ਆ ਉੱਪਰ। ਅਤੇ ਬਹੁਤ ਸਿਵਲ ਅਤੇ ਕ੍ਰਿਮੀਨਲ ਮੈਟਰਸ ਦੇ ਵਿੱਚ ਤੁਸੀਂ ਹਾਈ ਕੋਰਟ ਜਾ ਕੇ ਅਪੀਲ ਕਰ ਸਕਦੇ ਹੋ। ਫਿਰ ਅਸੀਂ ਸੁਪਰੀਮ ਕੋਰਟ ਦੇ ਰਿਗਾਰਡਿੰਗ ਕੁਛ ਹੋਰ ਪ੍ਰੋਵੀਜ਼ਨਸ ਦੇਖਾਂਗੇ। ਜਿਵੇਂ ਸੁਪਰੀਮ ਕੋਰਟ ਕੌਨਸਟੀਟਿਊਸ਼ਨ ਦਾ ਆਰਟੀਕਲ 127 ਐਡਹੋਕ ਜੱਜਿਸ ਦੀ ਗੱਲ ਕਰਦਾ ਹੈ, ਠੀਕ ਹੈ। ਇਹ ਐਡਹੋਕ ਜੱਜਿਸ ਕੀ ਹੁੰਦੇ ਆ? ਜਿਹੜੇ ਉਹੀ ਟੈਂਪਰੇਰੀ ਬੇਸਿਸ 'ਤੇ ਹੋਣ ਜਦੋਂ ਸੁਪਰੀਮ ਕੋਰਟ ਦੇ ਵਿੱਚ ਵਰਕਲੋਡ ਜ਼ਿਆਦਾ ਹੈ। ਸੁਪਰੀਮ ਕੋਰਟ ਦਾ ਜਿੰਨਾ ਵੀ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਇੰਨੇ ਜੱਜ ਹੋਣੇ ਚਾਹੀਦੇ, ਉਹ ਜੱਜ ਪੂਰੇ ਨਹੀਂ ਹੋ ਰਹੇ, ਫਿਰ ਤੁਸੀਂ ਕੋਈ ਜੱਜ ਅਪੋਇੰਟ ਕਰ ਸਕਦੇ ਹੋ ਹਾਈ ਕੋਰਟ ਤੋਂ। ਜਿਵੇਂ ਕਿ ਐਟ ਪ੍ਰੈਜ਼ੈਂਟ ਕੀ ਕਿਹਾ ਕਿ 34 ਜੱਜ ਹੋਣੇ ਚਾਹੀਦੇ, 1 ਚੀਫ ਜਸਟਿਸ ਆਫ ਇੰਡੀਆ ਪਲੱਸ 33 ਹਾਈ ਕੋਰਟ 33 ਹੋਰ ਜਿਹੜੇ ਜੱਜਿਸ ਨੇ ਚੀਫ ਜਸਟਿਸ ਤੋਂ ਇਲਾਵਾ। ਅਤੇ ਇਹ 33 ਜੱਜ ਹੋਣੇ ਚਾਹੀਦੇ ਆ, ਬਟ ਐਟ ਪ੍ਰੈਜ਼ੈਂਟ ਸਪੋਜ਼ ਕਰੋ ਓਨਲੀ 30 ਜੱਜ ਨੇ, 28 ਜੱਜ ਨੇ। ਸਾਡੇ ਕੋਲ ਜਿੰਨਾ ਉਹਨਾਂ ਨੇ ਕਿਹਾ ਉਹਨੇ ਜੱਜ ਨਹੀਂ। ਫਿਰ ਕੀ ਹੈ ਕਿ ਤੁਹਾਡਾ ਵਰਕਲੋਡ ਜ਼ਿਆਦਾ, ਤੁਹਾਨੂੰ ਜ਼ਰੂਰਤ ਹੈ, ਅਤੇ ਜਿੰਨੇ ਜੱਜ ਨਹੀਂ ਹੈ ਸਪੋਜ਼ ਕਰੋ 28, ਤੁਸੀਂ ਵੱਧ ਤੋਂ ਵੱਧ ਇੱਥੇ 5 ਜੱਜ ਹਾਈ ਕੋਰਟ ਤੋਂ ਲੈ ਕੇ ਅਪੋਇੰਟ ਕਰ ਸਕਦੇ ਹੋ। ਮੀਨਸ ਇਹ ਫੁੱਲ ਫਲੈਜ ਪ੍ਰੋਸੈਸ ਦੇ ਥਰੂ ਨਹੀਂ ਹੋਏਗਾ ਕਿ ਚੀਫ ਜਸਟਿਸ ਆਫ ਇੰਡੀਆ ਪਲੱਸ 4 ਸੀਨੀਅਰ ਮੋਸਟ ਜੱਜ ਹੋਣਗੇ, ਫਿਰ ਪ੍ਰੈਜ਼ੀਡੈਂਟ ਨੂੰ ਦੇਣਗੇ ਆਪਣਾ ਜੋ ਵੀ ਰਿਕਮੈਂਡੇਸ਼ਨਸ ਵਗੈਰਾ, ਉਹ ਸਭ ਪ੍ਰੋਸੈਸ ਨਹੀਂ ਹੋਏਗੀ। ਬਸ ਇੱਥੇ ਕੀ ਹੈ ਕਿ ਤੁਹਾਨੂੰ ਜ਼ਰੂਰਤ ਹੈ ਟੈਂਪਰੇਰੀ ਬੇਸ 'ਤੇ ਚੀਫ ਜਸਟਿਸ ਆਫ ਇੰਡੀਆ ਜਿਹੜਾ ਵੀ ਹਾਈ ਕੋਰਟ ਹੈ ਉਸ ਹਾਈ ਕੋਰਟ ਦੇ ਚੀਫ ਜਸਟਿਸ ਨਾਲ ਗੱਲ ਕਰਕੇ, ਪ੍ਰੈਜ਼ੀਡੈਂਟ ਨਾਲ ਗੱਲ ਕਰਕੇ ਜਿੰਨੀ ਵੀ ਜ਼ਰੂਰਤ ਹੈ ਉਹ ਜੱਜ
ਅਪੋਇੰਟ ਕਰ ਸਕਦੇ ਆ ਸੁਪਰੀਮ ਕੋਰਟ ਤੇ। ਤੇ ਉਹੀ ਸੇਮ ਕਿ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਅਪੋਇੰਟਡ ਐਜ਼ ਅ ਸੁਪਰੀਮ ਕੋਰਟ ਜੱਜ। ਫਿਰ ਸੀਟ ਆਫ ਸੁਪਰੀਮ ਕੋਰਟ ਕਿੱਥੇ ਹੁੰਦੀ ਹੈ? ਇਟ ਇਜ਼ ਮੈਂਸ਼ਨ ਇਨ ਆਰਟੀਕਲ 130 ਕਿ ਸੁਪਰੀਮ ਕੋਰਟ ਕॉन्स्टिट्यूशनली ਲੋਕੇਟਡ ਹੈ ਦਿੱਲੀ, ਬਟ ਚੀਫ ਜਸਟਿਸ ਆਫ ਇੰਡੀਆ ਪ੍ਰੈਜ਼ੀਡੈਂਟ ਤੋਂ ਅਪਰੂਵਲ ਹੈ। ਕਿ ਬਹੁਤ ਇੰਪੋਰਟੈਂਟ ਕਿ ਤੁਸੀਂ ਜੇ ਦਿੱਲੀ ਤੋਂ ਇਲਾਵਾ ਵੀ ਹੋਰ ਕਿਸੇ ਜਗ੍ਹਾ 'ਤੇ ਸੁਪਰੀਮ ਕੋਰਟ ਦੀ ਸੀਟ ਬਣਾਉਣਾ ਚਾਹੁੰਦੇ ਹੋ ਜਿੱਥੇ ਸੁਪਰੀਮ ਕੋਰਟ ਦੇ ਕੁਛ ਵਰਕ ਹੋ ਜਾਣ, ਸੁਪਰੀਮ ਕੋਰਟ ਦੀ ਲੋਕੇਸ਼ਨ ਹੋ ਜਾਏ ਉੱਥੇ ਵੀ, ਤੇ ਇਹ ਕੌਣ ਡਿਸਾਈਡ? Then we have very important appeal by special leave, article 136 ਮੀਨਸ ਜਦੋਂ ਤੁਸੀਂ ਹਾਈ ਕੋਰਟ ਤੋਂ ਸੁਪਰੀਮ ਕੋਰਟ ਅਪੀਲ ਕਰਨਾ ਚਾਹੁੰਦੇ ਹੋ ਬਟ ਤੁਹਾਨੂੰ ਹਾਈ ਕੋਰਟ ਨੇ ਸਾਈਨ ਕਰਕੇ ਨਹੀਂ ਦਿੱਤਾ ਕਿ ਤੁਸੀਂ ਅਪੀਲ ਕਰ ਸਕਦੇ ਹੋ, ਫਿਰ ਤੁਸੀਂ ਸਪੈਸ਼ਲ ਲੀਵ ਫਾਈਲ ਕਰਕੇ ਤੁਸੀਂ ਕਿਸੇ ਵੀ ਕੋਰਟ ਟ੍ਰਿਬਿਊਨਲ ਦੀ ਜੱਜਮੈਂਟ ਨੂੰ ਸਿੱਧਾ ਸੁਪਰੀਮ ਕੋਰਟ 'ਤੇ ਅਪੀਲ ਕਰ ਸਕਦੇ। ਠੀਕ ਹੈ, ਮੀਨਸ ਕੋਈ ਵੀ ਕੋਰਟ ਟ੍ਰਿਬਿਊਨਲ, ਨੋਟ ਓਨਲੀ ਹਾਈ ਕੋਰਟ ਕਿ ਜੇਕਰ ਤੁਸੀਂ ਪਹਿਲਾਂ ਡਿਸਟ੍ਰਿਕਟ ਕੋਰਟ ਵਿੱਚ ਗਏ ਹੋ, ਠੀਕ ਹੈ, ਫਿਰ ਤੁਹਾਨੂੰ ਜ਼ਰੂਰਤ ਨਹੀਂ ਤੁਸੀਂ ਹਾਈ ਕੋਰਟ ਪਹਿਲਾਂ ਅਪੀਲ ਕਰੋ, ਤੁਸੀਂ ਸਪੈਸ਼ਲ ਲੀਵ ਦੇ ਥਰੂ ਜੇ ਤੁਹਾਨੂੰ ਸੁਪਰੀਮ ਕੋਰਟ ਸਪੈਸ਼ਲ ਲੀਵ ਗ੍ਰਾਂਟ ਕਰ ਦਿੰਦੀ ਕਿਉਂਕਿ ਡਿਸਕ੍ਰਿਸ਼ਨਰੀ ਹੈ, ਇਹ ਨਹੀਂ ਕਿ ਤੁਹਾਨੂੰ ਤੁਸੀਂ ਫਾਈਲ ਕਰੋ ਤੁਹਾਨੂੰ ਮਿਲੇਗੀ ਹੀ ਮਿਲੇਗੀ, ਨੋ, ਇਟ ਇਜ਼ ਡਿਸਕ੍ਰਿਸ਼ਨਰੀ, ਇਟ ਇਜ਼ ਨੋਟ ਅ ਰਾਈਟ। ਸੋ ਤੁਸੀਂ ਡਾਇਰੈਕਟ ਡਿਸਟ੍ਰਿਕਟ ਕੋਰਟ ਤੋਂ ਜਾਂ ਕਿਸੇ ਵੀ ਟ੍ਰਿਬਿਊਨਲ ਦੀ ਜੱਜਮੈਂਟ ਦੇ ਅਗੇਂਸਟ ਯੂ ਕੈਨ ਡਾਇਰੈਕਟਲੀ ਅਪਰੋਚ ਸੁਪਰੀਮ ਕੋਰਟ ਵਾਇਆ ਸਪੈਸ਼ਲ ਲੀਵ। ਬਟ ਇੱਥੇ ਇੱਕ ਐਕਸੈਪਸ਼ਨ ਹੈ ਕੋਰਟ ਮਾਰਸ਼ਲ, ਤੁਸੀਂ ਕੋਰਟ ਮਾਰਸ਼ਲ ਦੇ ਫੈਸਲੇ ਦੇ ਅਗੇਂਸਟ ਨਹੀਂ ਜਾ ਸਕਦੇ ਹੋ ਸੁਪਰੀਮ ਕੋਰਟ ਸਪੈਸ਼ਲ ਲੀਵ ਦੇ ਥਰੂ, ਅਤੇ ਇਹ ਵੀ ਡਿਸਕ੍ਰਿਸ਼ਨਰੀ ਹੈ, ਰਾਈਟ ਨਹੀਂ ਹੈਗਾ, ਅਤੇ ਇਟ ਇਜ਼ ਐਪਲੀਕੇਬਲ ਟੂ ਫਾਈਨਲ ਔਰ ਇੰਟਰਲੋਕਿਊਟਰੀ ਜੱਜਮੈਂਟ। ਦੈਨ ਹੈ ਸਿਵਲ, ਕੌਨਸਟੀਟਿਊਸ਼ਨਲ, ਕ੍ਰਿਮੀਨਲ ਮੈਟਰਸ ਲਈ ਤੁਸੀਂ ਜਾ ਸਕਦੇ ਹੋ ਬਟ ਐਕਸੈਪਸ਼ਨਲ ਕੇਸਿਸ ਦੇ ਵਿੱਚ ਹੋਏਗਾ। ਦੈਨ ਆਰਟੀਕਲ 143 ਐਡਵਾਈਜ਼ਰੀ ਜੁਰਿਸਡਿਕਸ਼ਨ ਕੇ ਪ੍ਰੈਜ਼ੀਡੈਂਟ ਸੁਪਰੀਮ ਕੋਰਟ 'ਤੇ ਓਪੀਨੀਅਨ ਲੈ ਸਕਦੇ ਆ ਕੋਈ ਵੀ ਲੋ ਜਾਂ ਫੈਕਟ ਨੂੰ ਜਾਣਨਾ ਹੈ ਪਬਲਿਕ ਇੰਪੋਰਟੈਂਸ, ਕੋਈ ਪ੍ਰੀ ਕੌਨਸਟੀਟਿਊਸ਼ਨਲ ਟਰੀਟੀ ਐਗਰੀਮੈਂਟ ਦੇ ਥਰੂ ਕੋਈ ਡਿਸਪਿਊਟ ਹੋ ਰਿਹਾ, ਠੀਕ ਹੈ, ਅਤੇ ਸੁਪਰੀਮ ਕੋਰਟ ਆਪਣਾ ਓਪੀਨੀਅਨ ਦੇਣਗੇ। ਪਰ ਸੁਪਰੀਮ ਕੋਰਟ ਜੇਕਰ ਪ੍ਰੀ ਕੌਨਸਟੀਟਿਊਸ਼ਨਲ ਟਰੀਟੀ ਹੈ ਅਤੇ ਸੁਪਰੀਮ ਕੋਰਟ ਬਾਊਂਡ ਨਹੀਂ ਹੈ ਕਿ ਉਹਨਾਂ ਨੇ ਐਡਵਾਈਸ ਦੇਣੀ ਹੀ ਦੇਣੀ ਹੈ, ਬਟ ਜਿਹੜੇ ਕੌਨਸਟੀਟਿਊਸ਼ਨ ਤੋਂ ਬਾਅਦ ਦੀ ਕੋਈ ਚੀਜ਼ਾਂ ਨੇ, ਅਤੇ ਜਿਵੇਂ ਕੋਈ ਕੌਨਸਟੀਟਿਊਸ਼ਨ ਦਾ ਆਰਟੀਕਲ ਹੋ ਗਿਆ, ਕੋਈ ਕਾਨੂੰਨ ਬਣਿਆ ਜੋ ਕੌਨਸਟੀਟਿਊਸ਼ਨ ਤੋਂ ਬਾਅਦ ਹੈ, ਉਹ ਚੀਜ਼ ਵਿੱਚ ਕੁਛ ਐਡਵਾਈਸ ਚਾਹੀਦੀ ਹੈ, ਫਿਰ ਸੁਪਰੀਮ ਕੋਰਟ ਨੂੰ ਦੇਣੀ ਹੀ ਪੈਣੀ ਹੈ, ਫਿਰ ਕੰਪਲਸਰੀ ਹੈ। ਬਟ ਕੌਨਸਟੀਟਿਊਸ਼ਨ ਤੋਂ ਬਣਨ ਤੋਂ ਪਹਿਲੇ ਦੇ ਕੋਈ ਟਰੀਟੀਜ਼ ਵਗੈਰਾ ਉਸ ਲਈ ਸੁਪਰੀਮ ਕੋਰਟ ਦੀ ਖੁਦ ਦੀ ਚੋਇਸ ਹੈ, ਕੰਪਲਸਰੀ ਨਹੀਂ ਹੈ ਓਪੀਨੀਅਨ ਦੇਣਾ, ਅਤੇ ਅਫਕੋਰਸ ਓਪੀਨੀਅਨ ਉਹਨਾਂ 'ਤੇ ਬਾਈਂਡਿੰਗ ਨਹੀਂ ਹੋਏਗਾ, ਇਟ ਵੁੱਡ ਬੀ ਐਡਵਾਈਜ਼ਰੀ। ਅਤੇ ਫੋਰ ਐਗਜ਼ਾਮਪਲ ਜਿਵੇਂ ਜਿਹੜਾ 2012 ਵਿੱਚ 2G ਸਪੈਕਟਰਮ ਕੇਸ ਹੋਇਆ ਸੀ, ਉਸ ਵਿੱਚ ਵੀ ਪ੍ਰੈਜ਼ੀਡੈਂਟ ਨੇ ਸੁਪਰੀਮ ਕੋਰਟ ਦੀ ਐਡਵਾਈਸ ਲਈ ਸੀ। ਫਿਰ ਆਰਟੀਕਲ 147 ਜਿਹਦੇ ਵਿੱਚ ਇਹ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਸੁਪਰੀਮ ਕੋਰਟ ਇਜ਼ ਦੇ ਅਲਟੀਮੇਟ ਇੰਟਰਪ੍ਰੇਟਰ ਆਫ ਦੀ ਕੌਨਸਟੀਟਿਊਸ਼ਨ, ਕਿ ਫਾਈਨਲ ਇੰਟਰਪ੍ਰੇਟਰ ਕੌਨਸਟੀਟਿਊਸ਼ਨ ਦਾ ਕੌਣ ਹੈ? ਸੁਪਰੀਮ ਕੋਰਟ। ਸੋ ਅੱਜ ਦੇ ਲਈ ਆਈ ਗੈਸ ਇੰਨਾ ਕਾਫੀ ਹੈ, ਅਤੇ ਅਸੀਂ ਨੈਕਸਟ ਲੈਕਚਰ ਦੇ ਵਿੱਚ ਡਿਸਟ੍ਰਿਕਟ ਕੋਰਟਸ, ਗ੍ਰਾਮ ਨਿਆਇਆਲਿਆਸ ਵਗੈਰਾ ਸਟੱਡੀ ਕਰਾਂਗੇ, ਠੀਕ ਹੈ। ਸੋ stay tuned and keep revising. Revision is the most important thing.